ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਅਸੀਂ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਯਾਨੀ ENT। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਨੱਕ, ਕੰਨ, ਗਲੇ ਦੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਅਕਸਰ ਜਿਹੜੀਆਂ ਨੇ ਉਹ ਇਨਸਾਨ ਨੂੰ ਇੰਨਾ ਕੁ ਜ਼ਿਆਦਾ ਤੰਗ ਕਰਦੀਆਂ ਨੇ ਕਿ ਨਾ ਸੌਣ ਦਿੰਦੀਆਂ ਨੇ, ਬੈਠਣ ਦਿੰਦੀਆਂ ਨੇ, ਨਾ ਕੁਝ ਚੰਗਾ ਲੱਗਦਾ ਅਤੇ ਨਾ ਹੀ ਜਿਹੜਾ ਇਸ ਦਾ ਜਲਦੀ ਜਿਹੜਾ ਉਹ ਕੋਈ ਇਲਾਜ ਵਾਲੇ ਪਾਸੇ ਜਿਹੜੇ ਆ ਜਦੋਂ ਤੁਰਦਾ ਬੰਦਾ ਤਾਂ ਉਸ ਨੂੰ ਸਮਝ ਆਉਂਦੀ ਹੈ ਮੈਂ ਕਿਹੜੇ ਵਾਲੇ ਇਲਾਜ ਦੇ ਵਾਲੇ ਪਾਸੇ ਤੁਰਾਂ, ਕਿਉਂਕਿ ਬਹੁਤ ਵਾਰ ਅਜਿਹਾ ਹੁੰਦਾ ਕਿ ਦਵਾਈਆਂ ਲੈਣ ਦੇ ਬਾਵਜੂਦ ਵੀ ਮਰੀਜ਼ ਲੰਮਾ ਸਮਾਂ ਜਿਹੜਾ ਉਹ ਸੰਤਾਪ ਭੋਗਦਾ ਹੈਗਾ। ਸਭ ਤੋਂ ਪਹਿਲਾਂ ਤਾਂ ਦੱਸੋ ਵੀ ਨੱਕ, ਕੰਨ, ਗਲੇ ਦਾ ਆਪਸ ਦੇ ਵਿੱਚ ਕਨੈਕਸ਼ਨ ਕੀ ਹੈ? ਕੁਲਵੰਤ ਜੀ, ਜਿਹੜੀ ਤੁਸੀਂ ਅੱਜ ਵਿਸ਼ਾ ਲਿੱਤਾ ਹੈ ENT ਕਹਿੰਦੇ ਤੁਸੀਂ ਸ਼ਾਰਟਕੱਟ ਈਅਰ, ਨੋਜ਼, ਥਰੋਟ, ਤਾਂ ਇਹ ਜਿਹੜਾ ਵਿਸ਼ਾ ਹੈ ਇਹ ਬਹੁਤ ਹੀ ਮੇਰਾ ਫੇਵਰਟ ਵਿਸ਼ਾ ਰਿਹਾ। ਕਿਉਂਕਿ ਇੱਕ ਤਾਂ ਮੈਂ ਬੱਚਿਆਂ ਦਾ ਡਾਕਟਰ ਹਾਂ, ਇਸ ਕਰਕੇ ਬੱਚਿਆਂ ਨੂੰ ਜ਼ਿਆਦਾ ਸਮੱਸਿਆਵਾਂ ਹੁੰਦੀਆਂ ਨੇ ਅਤੇ ਮੇਰੀ ਹਮੇਸ਼ਾ ਹੀ ਇੱਕ ਚੈਲੰਜਿੰਗ ਇਸ਼ੂ ਰਿਹਾ ਮੇਰੇ ਵਾਸਤੇ ਕਿ ਬੱਚਿਆਂ ਨੂੰ ਕਿਵੇਂ ਠੀਕ ਕਰਨਾ। ਦੂਜੀ ਗੱਲ, ਮੈਂ ਖੁਦ ਬਚਪਨ ਤੋਂ ਇਹਦਾ ਬਾਈ ਚਾਂਸ ਸ਼ਿਕਾਰ ਹੋ ਗਿਆ ਸੀਗਾ ਕਿ ਮੇਰੇ ਵੀ ਟੌਂਸਲ ਜਿਹੜੇ ਸੀਗੇ ਮੈਨੂੰ ਤੰਗ ਕਰਦੇ ਸੀਗੇ। ਅਤੇ ਮੇਰੀ ਬਦਕਿਸਮਤੀ ਰਹੀ ਕਿ ਮੈਂ ਉਦੋਂ +1 ਪੜ੍ਹਦਾ ਸੀ, ਪੜ੍ਹਾਈ ਦਾ ਬੜਾ, ਡਾਕਟਰ ਬਣਨ ਦਾ ਬੜਾ ਸੀਗਾ ਭੂਤ ਸਵਾਰ, ਅਤੇ ਮੈਨੂੰ ਬੜੀ ਡਿਸਟਰਬ ਕਰਦੀ ਸੀ ਵੀ ਮੈਨੂੰ ਰੋਜ਼ ਮਤਲਬ ਬੁਖਾਰ ਹੋ ਜਾਂਦਾ ਅਤੇ ਗਲਾ ਖਰਾਬ ਹੋ ਜਾਂਦਾ ਅਤੇ ਮੈਂ ਪੜ੍ਹਿਆ ਨਹੀਂ ਜਾਂਦਾ। ਅਤੇ ਮੈਂ ਗਿਆ ਉੱਥੇ ਦਿਖਾਉਣ CMC ਲੁਧਿਆਣੇ, ਅਤੇ ਉਹਨਾਂ ਨੇ ਚੱਕ ਕੇ ਮੇਰਾ ਆਪਰੇਸ਼ਨ ਕਰਤਾ ਟੌਂਸਲ ਦਾ। ਅਤੇ ਮੈਂ ਜੋ ਉਹਦੇ ਸਿੱਟੇ ਭੁਗਤੇ ਉਹਦੇ, ਤਾਂ ਮੈਂ ਅੱਜ ਤੱਕ ਵੀ ਭੁਗਤਦਾ ਉਹਦਾ। ਅੱਜ ਤੱਕ ਵੀ ਮੈਂ ਉੱਚੀ ਬੋਲਾਂ ਤਾਂ ਮੇਰੀ ਆਵਾਜ਼ ਫਟ ਜਾਂਦੀ ਹੈ, ਜੇ ਥੋੜ੍ਹਾ ਜਿਹਾ ਜ਼ਿਆਦਾ ਬੋਲਾਂ ਤਾਂ ਮੈਨੂੰ ਖਾਂਸੀ ਆਉਣ ਲੱਗ ਜਾਂਦੀ ਹੈ। ਉਹ ਸਿਰਫ ਇਸ ਕਰਕੇ ਕਿ ਮੇਰਾ ਟੌਂਸਲਸ ਹੈ ਨਹੀਂ ਗੇ। ਤਾਂ ਇਸ ਕਰਕੇ ਮੇਰਾ ਇਹ ਬਹੁਤ ਹੀ ਪ੍ਰਿਯ ਵਿਸ਼ਾ ਰਿਹਾ ਹੈ ਔਰ ਮੈਨੂੰ ਬਹੁਤ ਹੀ ਇਸ ਗੱਲ ਸਰੋਤਿਆਂ ਨਾਲ ਸਾਂਝੀ ਕਰਨੀ ਪੈ ਰਹੀ ਬੜੇ ਦੁੱਖ ਨਾਲ ਕਿ ਜਿਹੜੇ ENT ਸਪੈਸ਼ਲਿਸਟ ਨੇ ਇਹਨੂੰ ਬਹੁਤ ਹੀ ਮਿਸਮੈਨੇਜ ਕਰਦੇ ਆ। ਉਹ ਜੋ ਤੁਸੀਂ ਉਹਨਾਂ ਕੋਲ ਤੁਸੀਂ ਆਮ ਜਾਓਗੇ ENT ਵਾਲਿਆਂ ਕੋਲ ਤਾਂ ਉਹ ਜੇ ਤਾਂ ਕਿਸੇ ਨੂੰ ਤਾਂ ਕਹਿ ਦੇਣਗੇ ਨੱਕ ਦੀ ਹੱਡੀ ਵਿੰਗੀ ਹੈ, ਸਿੱਧੀ ਕਰਾ। ਕਿਸੇ ਨੂੰ ਕਹਿ ਦੇਣਗੇ ਤੇਰੇ ਟੌਂਸਲ ਵੱਡੇ ਆ, ਉਹ ਟੌਂਸਲ ਕਢਾ। ਕਿਸੇ ਨੂੰ ਕਹਿ ਦੇਣਗੇ ਤੇਰੇ ਸਾਇਨਸ 'ਚ ਰੇਸ਼ਾ ਭਰਿਆ ਹੋਇਆ, ਉਹਦੇ 'ਚ ਨਕਲੀ ਮੋਰੀਆਂ ਕਰਾ। ਅੱਛਾ। ਤਾਂ ਉਹ ਇਸ ਕਿਸਮ ਦਾ ਜਿਹੜਾ ਟਰੀਟਮੈਂਟ ਹੈ ਬਹੁਤ ਹੀ ਅਨਨੈਚੁਰਲ ਕਿਸਮ ਦਾ, ਇਹ ਬਹੁਤ ਜ਼ਿਆਦਾ ਦਿੰਦੇ ਆ ENT ਵਾਲੇ। ਅਤੇ ਉਹ ਮੈਨੂੰ ਬੜੀ ਖੁੰਦਕ ਰਹੀ ਔਰ ਮੇਰਾ ਰਿਹਾ ਕਿ ਮੇਰੀ ENT ਵਾਲਾ ਨਾਲ ਟਕੜੇ ਕਾਫੀ ਰਿਹਾ ਸ਼ੁਰੂ ਤੋਂ ਹੀ, ਜਦੋਂ ਤੋਂ ਮੈਂ MBBS ਕੀਤੀ। ਉਹ ਜਦੋਂ ਵੀ ਮੇਰੇ ਕਿਤੇ ਹਸਪੀਟਲ 'ਚ ENT ਵਾਲਾ ਕੋਈ ਹੁੰਦਾ ਸੀਗਾ ਜਾਂ ਕੋਈ ਕੈਂਪ ਲਾਉਣ ਆ ਜਾਂਦਾ ਸੀਗਾ, ਮੈਨੂੰ ਅੱਜ ਵੀ ਯਾਦ ਹੈ ਧੂਰੀ ਮੇਰੇ ਕੋਲ ENT ਸਪੈਸ਼ਲਿਸਟ ਆ ਗਿਆ ਕੈਂਪ ਲਾਉਣ ਲਈ। ਅਤੇ ਉਸ ਤੋਂ ਬਾਅਦ ਜਦੋਂ ਮੈਂ OPD ਕਰਿਆ ਕਰਾਂ ਅਗਲੇ 15-20 ਦਿਨ, ਮਹੀਨਾ, ਤਾਂ ਰੋਜ਼ ਆ ਕੇ ਮੈਨੂੰ ਕੋਈ ਨਾ ਕੋਈ ਮਰੀਜ਼ ਦੱਸਿਆ ਕਰੇ ਵੀ ਡਾਕਟਰ ਸਾਹਿਬ ਤੁਸੀਂ ਸਾਨੂੰ ਕਹਿ ਕੇ ਟੌਂਸਲ ਦਾ ਆਪਰੇਸ਼ਨ ਕਰਾਓ। ਫਿਰ ਮੇਰੇ ਘਰ ਆ ਕੇ ਕੋਈ ਡਾਕਟਰ ਸਾਹਿਬ ਦਾ ਕਹਿ ਕੇ ਨੱਕ ਦੀ ਹੱਡੀ ਵਿੰਗੀ ਤੁਹਾਡੀ, ਉਹਦੀ ਨੱਕ ਦੀ ਹੱਡੀ ਸਿੱਧੀ ਕਰਾਉਣੀ, ਮੇਰੇ ਘਰ ਆਓ ਅਤੇ ਆਪਰੇਸ਼ਨ ਕਰਾਓ। ਮੈਂ ਜੀ ਬੜਾ ਔਖਾ ਇਸ ਗੱਲ 'ਤੇ ਵੀ ਕੀ ਕੀਤਾ ਕੀ ਹੋਇਆ। ਅਤੇ ਫਿਰ ਮੈਂ ਸਾਰੇ ਡਾਕਟਰਾਂ ਨੂੰ ਕਿਹਾ OPD ਵਾਲਿਆਂ ਨੂੰ ਬੁਲਾ ਕੇ ਵੀ ਜਿੰਨਿਆਂ ਨੂੰ ਆਪਰੇਸ਼ਨ ਐਡਵਾਈਜ਼ ਕਰਕੇ ਗਿਆ ਕਿਸੇ ਨੂੰ ਵੀ ਉਹਨੂੰ ਸਭ ਨੂੰ ਮੇਰੇ ਕੋਲ ਭੇਜੋ ਪਹਿਲਾਂ। ਤਾਂ ਮੈਂ ਸਾਰਿਆਂ ਨੂੰ ਆਪਣੇ ਕੋਲ ਬੁਲਾ ਕੇ ਫਿਰ ਉਹਨੂੰ ਰੀਐਡਵਾਈਜ਼ ਕੀਤਾ ਕਿ ਵੀ ਕੋਈ ਇਹੋ ਜਿਹੀ ਕੋਈ ਮਸਲਾ ਨਹੀਂ ਹੈ, ਵੀ ਸਰਜਰੀ ਬੜੀ ਅਖੀਰਲਾ ਹਥਿਆਰ ਹੁੰਦਾ ਅਤੇ ਸਰਜਰੀ ਐ ਨਹੀਂ ਵੀ ਤੁਸੀਂ ਨੱਕ ਦੀ ਬੜੀ ਹੱਡੀ ਹੁਣ ਸਭ ਦੀ ਵਿੰਗੀ ਹੈ। ਜੇ ਜਿਹੜਾ ENT ਡਾਕਟਰ ਕਹਿੰਦਾ ਤੇਰੇ ਨੱਕ ਦੀ ਹੱਡੀ ਵਿੰਗੀ, ਉਹਨੂੰ ਪੁੱਛ ਤੇਰੀ ਸਿੱਧੀ ਹੈ। ਤਾਂ ਉਹ ਨੱਕ ਦੀ ਹੱਡੀ ਵਿੰਗੀ ਦਾ ਕੀ ਇਸ਼ੂ ਹੈ। ਤਾਂ ਇਸ ਕਰਕੇ ਇਹ ਮਸਲੇ ਜਿਹੜੇ ਨੇ ਬਹੁਤ ਹੀ ਮਿਸਮੈਨੇਜ ਨੇ ਔਰ ਬਹੁਤ ਹੀ ਕਮਰਸ਼ਲਾਈਜ਼ਡ ਨੇ, ਕਿਉਂਕਿ ਉਹਨਾਂ ਨੇ ਚਾਕੂ ਚਲਾਉਣਾ ਅਤੇ ਚਾਕੂ ਚਲਾਉਣ ਵਾਸਤੇ ਉਹ ਕੁਛ ਨਾ ਕੁਛ ਜਿਹੜਾ ਹੈ ਉਹ ਇੱਦਾਂ ਦਾ ਕਲਚਰ ਬਣਾ ਰੱਖਿਆ ਕਿ ਉਹਨਾਂ ਬਿਮਾਰੀਆਂ ਨੂੰ ਐਂ ਪੁੱਟ ਕਰਦੇ ਆ ਜਿੱਦਾਂ ਸਰਜਰੀ ਤੋਂ ਬਾਅਦ ਠੀਕ ਨਹੀਂ ਹੋ ਸਕਦੀਆਂ। ਲੇਕਿਨ ਬਹੁਤ ਹੀ ਖੁਸ਼ਖਬਰੀ ਜਿਹੜੀ ਹੈ ਉਸ ਤੋਂ ਕਿ ENT ਦੀਆਂ ਲਗਭਗ ਸਾਰੀਆਂ ਬਿਮਾਰੀਆਂ ਜਿਹੜੀਆਂ ਆਮ ਬਿਮਾਰੀਆਂ ਨੇ, ਕੁਝ ਰੇਅਰ ਬਿਮਾਰੀਆਂ ਨੂੰ ਛੱਡ ਦਿਓ, ਜਿਹੜੀਆਂ ਆਮ ਬਿਮਾਰੀਆਂ ਨੇ ਯਾਨੀ ਕਿ ਟੌਂਸਲ ਦਾ ਹੈ, ਤੁਹਾਡਾ ਨੱਕ ਬੰਦ ਰਹਿੰਦਾ ਹੈ, ਤੁਹਾਡਾ ਜ਼ੁਕਾਮ ਰਹਿੰਦਾ ਹੈ, ਪੁਰਾਣਾ ਜ਼ੁਕਾਮ ਹੈ, ਗਲੇ 'ਚ ਕੁਰਕਰੀ ਜਿਹੀ ਹੋਈ ਜਾਂਦੀ ਹੈ, ਇੱਦਾਂ ਦਾ ਜਿੱਦਾਂ ਵੀ ਇਸ਼ੂ ਨੇ ਉਹ ਸਾਰੇ ਦੇ ਸਾਰੇ ਬਿਨਾਂ ਕਿਸੇ ਸਰਜਰੀ ਤੋਂ, ਬਿਨਾਂ ਕਿਸੇ ਬਹੁਤ ਜ਼ਿਆਦਾ ਲੰਬੀਆਂ ਦਵਾਈਆਂ ਬਣਨ ਤੋਂ ਬਿਲਕੁਲ ਸਹੀ ਹੋ ਜਾਂਦੇ ਨੇ ਔਰ ਐਨ ਜੜੋਂ ਜਾਂਦੇ ਆ, ਜੜੋਂ ਕਿਉਂ ਹੋ ਜਾਂਦੇ ਆ। ਉਹਦੇ 'ਚ ਹੌਲੀ ਹੌਲੀ ਜਿਹੜੀ ਮੈਨੂੰ ਸਮਝ ਆਈ ਗੱਲ ਕਿ ਚਾਹੇ ਉਹ ਟੌਂਸਲ ਵੱਡੇ ਹੁੰਦੇ ਆ, ਚਾਹੇ ਉਹ ਨੱਕ ਬੰਦ ਹੁੰਦਾ, ਚਾਹੇ ਉਹ ਕਿਤੇ ਨਾ ਕਿਤੇ ਨੱਕ ਦਾ ਜਿਹੜਾ ਜਿਹਨੂੰ ਕਹਿੰਦੇ ਨੱਕ ਦੀ ਹੱਡੀ ਵਿੰਗੀ ਹੈ, ਉਹ ਅਸਲ 'ਚ ਜਿਹੜਾ ਸੈਂਟਰਲ ਉਹਦੇ 'ਚ ਮੁੱਦਾ ਹੁੰਦਾ ਉਹ ਹੁੰਦੇ ਸਾਇਨਸਸ। ਸਾਡੇ ਨੱਕ ਦੇ ਆਲੇ ਦੁਆਲੇ ਖਾਲੀ ਥਾਵਾਂ ਨੇ ਜਿਹਨੂੰ ਸਾਈਨਸ ਕਹਿੰਦੇ ਅਸੀਂ, ਉਹ 'ਚ ਹਵਾ ਭਰੀ ਹੁੰਦੀ ਹੈ। ਉਹ ਹਵਾ ਸਾਡੇ 'ਚ ਕੁਦਰਤ ਨੇ ਹਵਾ ਵਾਲੇ ਜਿਹੜੇ ਸਾਰੇ ਉਹ ਲਾਏ ਹੋਏ ਆ ਨਿੱਕੇ ਨਿੱਕੇ ਪਾਕਟਸ ਨਿੱਕੇ ਨਿੱਕੇ ਬਣਾ ਕੇ
ਡੱਬੀਆਂ ਲਾਈਆਂ ਹੋਈਆਂ ਨੇ, ਉਹ ਸਾਡੀ ਆਵਾਜ਼ ਨੂੰ ਸੁੰਦਰ ਰੂਪ ਦੇਣ ਲਈ ਬਣਾਈਆਂ ਨੇ। ਉਹ ਜਿੱਦਾਂ ਮੈਂ ਬੋਲ ਰਿਹਾ, ਜੇ ਮੇਰੇ ਉਹ ਸਾਇਨਸਸ ਭਰ ਜਾਣ ਪਾਣੀ ਨਾਲ ਤਾਂ ਮੇਰੀ ਆਵਾਜ਼ ਬੜੀ ਅਜੀਬ ਜਿਹੀ ਨਿਕਲੇਗੀ। ਉਹ ਇੱਦਾਂ ਦੀ ਆਵਾਜ਼ ਨਹੀਂ ਨਿਕਲੇਗੀ ਜਿੱਦਾਂ ਕਿ ਢੋਲ ਹੁੰਦਾ ਜਾਂ ਤਬਲਾ ਹੈ। ਹੁਣ ਤਬਲਾ ਆਪਾਂ ਨੂੰ ਤਾਂ ਲੱਗਦਾ ਤਬਲੇ ਦੇ ਉੱਪਰਲਾ ਜਿਹੜਾ ਜਿਹਦੇ ਉੱਪਰ ਹੱਥ ਮਾਰਦੇ ਆ ਉਹ ਇੰਪੋਰਟੈਂਟ ਹੈ, ਉਹ ਨਹੀਂ ਇੰਪੋਰਟੈਂਟ ਹੈ। ਤਬਲੇ ਦੇ ਵਿੱਚ ਜਿਹੜੀ ਥੱਲੇ ਹਵਾ ਹੈ ਉਹ ਇੰਪੋਰਟੈਂਟ ਹੈ, ਕਿਉਂਕਿ ਉਸ ਤਬਲੇ ਦੇ ਉੱਪਰ ਥਾਪ ਨੂੰ ਜਿਹੜਾ ਸੰਗੀਤ ਦਾ ਰੂਪ ਦੇਣਾ ਹੈ ਉਸ ਹਵਾ ਨੇ ਦੇਣਾ, ਕਿਉਂਕਿ ਜਿਹੜੀ ਹਵਾ ਹੈ ਉਹਦੇ ਵਿੱਚ ਖਾਲੀਪਨ ਹੈ ਉਹ ਉਹਨੂੰ ਸੰਗੀਤ। ਅਤੇ ਇੱਦਾਂ ਹੀ ਸਾਡੇ ਇੱਥੇ ਸਾਇਨਸਸ ਨੇ, ਸਾਡੀ ਜਿਹੜੀ ਅਸੀਂ ਗਾਉਂਦੇ ਹਾਂ, ਸਿੰਗਰ ਹਾਂ, ਹੇਕ ਲਾਉਂਦੇ ਹਾਂ, ਉਹ ਸਾਰੀ ਦੇ ਸਾਰੀ ਖਰਾਬ ਹੋ ਜਾਣਗੀਆਂ ਜੇ ਤੁਹਾਡੀ ਉਹ ਹਵਾ ਦੀ ਥਾਂ 'ਤੇ ਉਹਦੇ ਪਾਣੀ ਜਾਂ ਰੇਸ਼ਾ ਭਰ ਜੇ ਤਾਂ। ਅਤੇ ਇਸ ਕਰਕੇ ਜਿਹੜਾ ਕੇਂਦਰੀ ਮੁੱਦਾ ਹੈ ਹੀ ਸਾਰੀ ENT ਦਾ, ਉਹ ਹੈ ਸਾਇਨਸ। ਜੇ ਤੁਹਾਡੇ ਸਾਇਨਸ ਹੈਲਦੀ ਨੇ ਤਾਂ ਤੁਹਾਡੀ ENT ਹੈਲਦੀ ਹੈ, ਕਿਉਂਕਿ ਉੱਥੇ ਅੱਗੇ ਥਰੋਟ ਨਾਲ ਫਿਰ ਕੰਨ ਵੀ ਜੁੜੇ ਹੋਏ ਆ। ਅਤੇ ਜੇ ਤੁਹਾਡੀ ਜਿਹੜੇ ਸਾਇਨਸ ਨੇ ਉਹ ਪੀਕ ਨਾਲ ਭਰੇ ਹੋਏ ਆ, ਇਨਫੈਕਸ਼ਨ ਨਾਲ ਭਰੇ ਹੋਏ ਆ, ਪਾਣੀ ਨਾਲ ਭਰੇ ਹੋਏ ਆ, ਤਾਂ ਤੁਹਾਡੀ ਸਾਰੀ ENT ਖਰਾਬ ਹੋਏਗੀ। ਤੁਹਾਡਾ ਨੱਕ ਵੀ ਖਰਾਬ ਹੋਊਗਾ, ਗਲਾ ਵੀ ਖਰਾਬ ਹੋਊਗਾ, ਕੰਨ ਵੀ ਖਰਾਬ ਹੋਣਗੇ। ਤਾਂ ਕਿਤੇ ਨਾ ਕਿਤੇ ਜਿਹੜਾ ਸੈਂਟਰਲ ਮੁੱਦਾ ਹੁੰਦਾ ਉਹ ਸਾਇਨਸਸ ਹੁੰਦੇ ਆ, ਸਾਇਨਸਸ। ਅਤੇ ਸਾਇਨਸਸ ਨੂੰ ਕਿਉਰ ਕਰਨਾ ਜਿਹੜਾ ਮਾਡਰਨ ਮੈਡੀਕਲ ਸਿਸਟਮ ਦੇ ਹਿਸਾਬ ਨਾਲ ਬਹੁਤ ਹੀ ਨਿਖੇਧ ਤਰੀਕਾ ਹੈ ਕਿ ਐਂਟੀਬਾਇਓਟਿਕ ਦੇ ਦਿਓ ਪਹਿਲਾਂ ਤਾਂ, ਫਿਰ ਉਹਦੇ ਸਟਰੋਂਗ ਦਵਾਈਆਂ ਦੇ ਕੇ ਉਹਨੂੰ ਖੋਲ੍ਹਣ ਦੀ ਕੋਸ਼ਿਸ਼ ਕਰੋ, ਫਿਰ ਉਹਨੂੰ ਨਕਲੀ ਮੋਰੀ ਬਣਾ ਕੇ ਜਾਂ ਨੱਕ ਦੀ ਹੱਡੀ ਸਿੱਧੀ ਕਰਨ ਦੀ ਕੋਸ਼ਿਸ਼ ਕਰਕੇ ਜਾਂ ਟੌਂਸਲ ਕੱਢ ਕੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ। ਇਹ ਸਾਰੇ ਤਰੀਕੇ ਜਿਹੜੇ ਨੇ ਇਹ ਫੇਲ ਤਰੀਕੇ ਆ, ਇਹ ਕੋਈ ਕਾਮਯਾਬ ਤਰੀਕੇ ਨਹੀਂ ਹੈਗੇ। ਤੁਸੀਂ ਪਾਓਗੇ ਕਿ ਜਿੰਨੇ ENT ਦੇ ਬੰਦੇ ਆਪਰੇਸ਼ਨ ਕਰਾ ਕੇ ਆਉਣਗੇ ਤੁਹਾਨੂੰ ਫਿਰ ਆ ਕੇ ਕਹਿਣਗੇ ਵੀ ਸਮੱਸਿਆ ਤਾਂ ਉੱਥੇ ਆ। ਆਪਰੇਸ਼ਨ ਵੀ ਹੋ ਜਾਊਗਾ, ਸਰਜਰੀ ਵੀ ਹੋ ਜਾਊਗੀ, ਨੱਕ ਦੀ ਹੱਡੀ ਸਿੱਧੀ ਵੀ ਕਰਾਏ ਹੋਣਗੇ, ਟੌਂਸਲ ਵੀ ਕਢਾਏ ਹੋਣਗੇ, ਸਮੱਸਿਆ ਫਿਰ ਉੱਥੇ ਦੀ ਉੱਥੇ ਰਹਿੰਦੀ ਹੈ। ਕਿਉਂ? ਕਿਉਂਕਿ ਜੜ ਨੂੰ ਹੀ ਛੱਡਿਆ ਸੀ। ਜੜ ਕਿੱਥੇ ਸੀਗੀ? ਜੜ ਤਾਂ ਸਾਇਨਸ 'ਚ ਸੀਗੀ। ਸਾਇਨਸ ਦੇ ਰੇਸ਼ਾ ਇਕੱਠਾ ਨਹੀਂ ਹੋਣਾ ਚਾਹੀਦਾ। ਉਹ ਰੇਸ਼ਾ ਨੂੰ ਲਗਾਤਾਰ ਡਰੇਨ ਕਰਨ ਦੇ ਸਾਨੂੰ ਇੱਕ ਨੈਚੁਰਲ ਤਰੀਕੇ ਪਤਾ ਹੋਣੇ ਚਾਹੀਦੇ ਆ, ਔਰ ਉਹ ਨੈਚੁਰਲ ਤਰੀਕੇ ਜਿਹੜੇ ਨੇ ਉਹ ਸਾਨੂੰ ਸਿੱਖਣੇ ਚਾਹੀਦੇ ਆ। ਜੇ ਅਸੀਂ ਉਹ ਸਿੱਖ ਲਈਏ ਤਾਂ ਸਾਰੀ ENT ਹੈਲਦੀ ਰਹਿੰਦੀ ਹੈ, ਕੋਈ ਦਿੱਕਤ ਨਹੀਂ ਆਉਂਦੀ। ਸੋ ਇੱਕ ਬਾਹਰ ਫੰਗਸ ਹੋ ਜਾਂਦੀ ਕੰਨ ਦੇ ਬਾਹਰੋਂ, ਜਾਂ ਮੈਲ ਜੰਮ ਜਾਂਦੀ ਕਈਆਂ ਦੇ, ਤਾਂ ਉਹਦਾ ਬੜੇ ਸਿੰਪਲ ਜੇ ਸਾਡੀ ਹੋਮ ਰੈਮਡੀ ਸੋਲਿਊਸ਼ਨ ਹੈਗੇ ਆ। ਜਿਹੜੇ ਸਾਡੇ ਪੁਰਖੇ ਕਰਦੇ ਹੁੰਦੇ ਸੀਗੇ ਕਿ ਤੇਲ ਬਣਾਉਂਦੇ ਹੁੰਦੇ ਸੀ ਉਹ ਕੰਨਾਂ 'ਚ ਪਾਉਣ ਵਾਲਾ, ਉਹ ਕੋਈ ਤਾਂ ਸਰੋਂ ਹਲਦੀ ਪਾ ਲੈਣੀ, ਜਾਂ ਉਹ ਪਾਉਂਦੇ ਹੁੰਦੇ ਸੀ ਲਸਣ ਪਾ ਕੇ ਸਰੋਂ ਦਾ ਤੇਲ ਸਾੜ ਕੇ ਰੱਖ ਲੈਂਦੇ ਸੀ। ਤੇਲ ਪਾ ਲਓ ਤਾਂ ਉਹਦੇ ਮੈਲ ਵੀ ਨਿਕਲ ਜਾਂਦੀ ਸੀ ਅਤੇ ਫੰਗਸ ਵੀ ਠੀਕ ਹੋ ਜਾਂਦੀ ਸੀ। ਬੜਾ ਸੌਖਾ ਜਿਹਾ ਤਰੀਕਾ ਉਹ। ਤਾਂ ਉਹ ਜ਼ਿਆਦਾ ਕਾਰਗਰ ਸੀਗਾ ਬਜਾਏ ਇਸ ਗੱਲ ਦੇ ਕਿ ਆਪਾਂ ਕੋਈ ਉਹਨੂੰ ਕੰਨਾਂ ਨੂੰ ਸਾਫ਼ ਕਰੀ ਜਾਈਏ, ਅੰਦਰੋਂ ਮਾਰ ਕੇ ਡੱਕੇ, ਜਾਂ ਉਹਦੇ 'ਚ ਕੋਈ ਪਾਣੀ ਪਾ ਕੇ ਧੋਈ ਜਾਈਏ। ਨਾ ਤਾਂ ਧੋਣਾ ਕਿਸੇ ਕੰਮ ਆਉਂਦਾ, ਨਾ ਡੱਕੇ ਮਾਰਨਾ ਕਿਸੇ ਕੰਮ ਆਉਂਦਾ, ਨਾ ਕੋਈ ਉਹਦੀ ਲੋੜ ਹੈ। ਸਿੰਪਲ ਜੇ ਘਰ ਦੇ ਜਿਹੜੇ ਬਜ਼ੁਰਗਾਂ ਦਾ ਸੀਗਾ ਬਾਹਰਲੀ ਫੰਗਸ ਵਾਸਤੇ ਜਾਂ ਮੈਲ ਵਾਸਤੇ, ਤਾਂ ਸਿੰਪਲ ਜਿਹਾ ਟੋਟਕਾ ਸੀਗਾ ਕਿ ਤੁਸੀਂ ਸਰੋਂ ਦੇ ਤੇਲ 'ਚ ਲਸਣ ਨੂੰ ਸਾੜ ਲਓ ਅਤੇ ਉਹ ਤੇਲ ਰੱਖ ਲਓ ਬਣਾ ਕੇ, ਅਤੇ 2-3-4 ਬੂੰਦਾਂ 5 ਬੂੰਦਾਂ ਕੰਨ 'ਚ। ਆਮ ਤੌਰ 'ਤੇ ਜਿਹੜੀ ਮੈਂ ਸੋਚਿਆ ਉਹ ਦੱਸਦਾ ਇੱਥੇ ਕਿ ਕੰਨ 'ਚ ਜਦੋਂ ਵੀ ਦਵਾਈ ਪਾਉਣੀ ਹੈ 5 ਬੂੰਦਾਂ। ਕਿਉਂ? ਕਿਉਂਕਿ ਕੰਨ ਦੇ ਅੰਦਰ ਜਿਹੜੀ ਜੇ ਕੈਵਿਟੀ ਹੁੰਦੀ ਬਹੁਤ ਵੱਡੀ ਹੁੰਦੀ ਆ। ਆਮ ਤੌਰ 'ਤੇ ਅਸੀਂ ਨਾ ਅੱਖ 'ਚ 1 ਬੂੰਦ ਪਾਉਣੀ ਹੈ, ਨੱਕ 'ਚ 2 ਬੂੰਦਾਂ ਪਾਉਣੀਆਂ ਨੇ, ਅਤੇ ਕੰਨ 'ਚ 5 ਬੂੰਦਾਂ ਪਾਉਣੀਆਂ ਨੇ। ਅਸੀਂ 1 ਬੂੰਦ ਹੀ ਕੰਨ 'ਚ ਪਾ ਲੈਂਦੇ ਹਾਂ, ਉਹ ਇੱਕ ਬੂੰਦ ਤਾਂ ਬਾਹਰ ਦੀ ਬਾਹਰ ਹੀ ਰਹਿ ਜਾਂਦੀ ਹੈ, ਫਿਰ ਕਹਿੰਦੇ ਠੀਕ ਨਹੀਂ ਹੋਇਆ। ਸੋ ਕੰਨ 'ਚ ਜਦੋਂ ਵੀ ਪਾਉਣੀਆਂ ਨੇ ਤਾਂ 5 ਬੂੰਦਾਂ ਪਾਉਣੀਆਂ ਨੇ। 5 ਬੂੰਦਾਂ ਪਾ ਕੇ ਫਿਰ ਕੰਨ ਨੂੰ ਚੰਗੀ ਤਰ੍ਹਾਂ ਹਿਲਾਉਣਾ ਤਾਂ ਕਿ 4 ਚੁਫੇਰੇ ਉਹ ਜਿਹੜੀ ਜਾਂ ਤੇਲ ਹੈ ਜਾਂ ਦਵਾਈ ਉਹ ਲੱਗ ਜਾਵੇ। ਇੱਦਾਂ ਹੀ ਨੱਕ ਜਿਹੜੀ ਆਪਾਂ ਉਹਨੂੰ ਪਾ ਕੇ ਨੱਕ ਨੂੰ ਚੰਗੀ ਤਰ੍ਹਾਂ ਮਲਣਾ। ਅੱਖ 'ਚ 1 ਬੂੰਦ ਵੀ ਬਹੁਤ ਹੁੰਦੀ ਹੈ, ਉਹ ਅੱਖ ਜਿਹੜੀ ਹੈ ਉਹ ਅੰਦਰ ਜਿਹੜਾ ਖਾਲੀ ਥਾਂ ਬਹੁਤ ਥੋੜ੍ਹੀ ਹੁੰਦੀ ਹੈ, ਅਤੇ ਤੁਸੀਂ 1 ਬੂੰਦ ਪਾ ਕੇ ਜੇ ਅੱਖ ਬੰਦ ਕਰ ਲਈ 2 ਮਿੰਟ 5 ਮਿੰਟ ਲਈ ਤਾਂ ਉਹਦਾ ਅਸਰ ਪੂਰਾ ਹੋ ਜਾਂਦਾ। ਤਾਂ ਇਸ ਕਰਕੇ ਜਿਹੜੇ ਕੁਛ ਜਿਹਨੂੰ ਕਹਿੰਦੇ ਕਾਮਨ ਸੈਂਸ ਦੀਆਂ ਗੱਲਾਂ ਨੇ ਉਹ ਜ਼ਿਆਦਾ ਜ਼ਰੂਰੀ ਨੇ ENT ਨੂੰ ਠੀਕ ਰੱਖਣ ਲਈ। ਅਤੇ ਵੱਡੀਆਂ ਸਰਜਰੀਆਂ ਜਿਹੜੀਆਂ ਨੇ, ਮੈਂ ਸਾਰੇ ਸਰੋਤਿਆਂ ਨੂੰ ਅਪੀਲ ਕਰੂੰਗਾ ਕਿ ਜਦੋਂ ਵੀ ਤੁਹਾਨੂੰ ਕੋਈ ENT ਦੀ ਸਮੱਸਿਆ ਹੋਵੇ ਤਾਂ ਕਦੀ ਵੀ ENT ਸਰਜਨ ਦੀ ਗੱਲ ਸਿੱਧੀ ਅਗਰ ਉਹ ਸਰਜਰੀ ਕਹਿ ਰਿਹਾ ਤਾਂ ਉਹਨੂੰ 10 ਵਾਰੀ ਉਹਨੂੰ ਦੁਬਾਰਾ ਵੈਰੀਫਾਈ ਕਰੋ ਕਿ ਕੀ ਵਾਕਈ ਤੁਹਾਨੂੰ ਸਰਜਰੀ ਦੀ ਲੋੜ ਹੈ। ਜੇ ਵਾਕਿਆ ਹੀ ਸਰਜਰੀ ਦੀ ਲੋੜ ਹੋਊਗੀ ਤਾਂ ਤੁਹਾਨੂੰ ਦੂਜਾ ਬੰਦਾ ਵੀ ਕਹੂਗਾ, ਤੀਜਾ ਵੀ ਕਹੂਗਾ, ਚੌਥਾ ਵੀ ਕਹੂਗਾ, ਫਿਰ ਕਰਾ ਲਿਓ। ਅਤੇ ਇਕੱਲੇ ਕਈ ਜਿਹੜੇ ਇੱਦਾਂ ਜਾ ਕੇ ਨੱਕ ਦੀ ਹੱਡੀ ਸਿੱਧੀ ਕਰਾ ਲਓ ਜੀ, ਟੌਂਸਲ ਕਢਾ ਲਓ ਜੀ, ਨੱਕ ਦੀਆਂ ਨਕਲੀ ਮੋਰੀਆਂ ਕਰਾ ਲਓ। ਤਾਂ ਇਹ ਜਿਹੜੇ ਤਰੀਕੇ ਨੇ ਇਹ ਬਿਲਕੁਲ ਗਲਤ ਨੇ, ਅਨਨੈਚੁਰਲ ਨੇ, ਔਰ ਇਹਦਾ ਕੋਈ ਸਿੱਟਾ ਨਹੀਂ ਨਿਕਲਦਾ। ਸਮੱਸਿਆ ਉੱਥੇ ਦੀ ਉੱਥੇ ਰਹਿੰਦੀ ਹੈ। ਡਾਕਟਰ ਸਾਹਿਬ ਤੁਸੀਂ ਇਹ ਦੱਸਿਆ ਵੀ ਸਾਇਨਸਿਸ ਦੇ ਵਿੱਚ ਰੇਸ਼ਾ ਭਰ ਜਾਂਦਾ, ਪਾਣੀ ਭਰ ਜਾਂਦਾ, ਇਨਫੈਕਸ਼ਨ ਹੋ ਜਾਂਦੀ, ਪਸ ਭਰ ਜਾਂਦੀ ਹੈ। ਇਹਦੇ ਕਾਰਨ ਕੀ ਰਹਿੰਦੇ ਨੇ? ਕਿਉਂਕਿ ਚੰਗਾ ਭਲਾ ਬੰਦਾ ਹੁਣ ਆਪਾਂ ਗੱਲ ਕਰ ਰਹੇ ਹਾਂ ਅਤੇ ਉਹਦੇ ਕੰਨਾਂ, ਉਹਦੇ ਨੱਕ ਦੇ ਜਿਹੜੇ ਸਾਇਨਸਿਸ ਨੇ ਆਲੇ ਦੁਆਲੇ ਮੂੰਹ ਦੇ ਉੱਤੇ, ਉਹਨਾਂ ਦੇ ਵਿੱਚ ਚੰਗੇ ਭਲੇ ਦੇ ਵਿੱਚ ਰੇਸ਼ਾ ਭਰਨਾ ਸ਼ੁਰੂ ਕਰਦਾ, ਕੋਈ ਤਾਂ ਕਾਰਨ ਹੋਏਗਾ ਇਹਨਾਂ ਦਾ। ਕਿਉਂ ਜੀ? ਇੱਦਾਂ ਹੁੰਦਾ ਜਿਹੜੇ ਸਾਡੇ ਬਾਹਰ ਦੇ ਦਰਵਾਜ਼ੇ ਨੇ ਨਾ, ਅਸੀਂ ਕਮਿਊਨੀਕੇਟ ਕਰਦੇ ਹਾਂ ਬਾਹਰ ਨਾਲ,
ਜਿਹੜਾ ਸਾਡਾ ENT ਦਾ ਸਿਸਟਮ ਹੈ ਸਾਰਾ ਉਹ ਕਮਿਊਨੀਕੇਸ਼ਨ ਹੈ। ਉਹ ਗੇਟਵੇ ਹੈ ਸਾਡੀ ਬਾਡੀ ਦਾ, ਗੇਟਵੇ ਹੈ, ਗੇਟ ਵੀ ਨਹੀਂ ਗੇਟਵੇ ਹੈ, ਕਿਉਂਕਿ ਗੇਟਵੇ ਦਾ ਮਤਲਬ ਹਰ ਚੀਜ਼ ਉੱਥੋਂ ਹੀ ਜਾਣੀ ਹੈ। ਖਾਣਾ ਵੀ ਉੱਥੋਂ ਹੀ ਜਾਣਾ, ਹਵਾ ਵੀ ਉੱਥੋਂ ਹੀ ਜਾਣੀ ਹੈ, ਬੋਲਣਾ ਵੀ ਅਸੀਂ ਉੱਥੋਂ ਹੀ ਹੈ, ਤੇ ਬਾਕੀ ਜਿਹੜਾ ਮੂੰਹ 'ਚ ਲੱਗਿਆ ਲੱਗ ਲਵੇੜ ਰਹਿ ਗਈ ਉਹ ਵੀ ਉੱਥੇ ਉਹਦਾ ਅਸਰ ਹੋ ਜਾਣਾ। ਤਾਂ ਕਿਤੇ ਨਾ ਕਿਤੇ ਉਹ ਗੇਟਵੇ ਜਿਹੜਾ ਹੈ ਉਹਦੇ 'ਚ ਇਨਫੈਕਸ਼ਨ ਹੋਣ ਦੇ ਚਾਂਸਸ ਜਾਂ ਕੋਈ ਚੀਜ਼ਾਂ ਜੰਮਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ। ਕਿਉਂਕਿ ਦੇਖੋ ਹਵਾ ਹੈ, ਹੁਣ ਹਵਾ ਤਾਂ ਹਨੇਰੀ ਵੀ ਚੱਲ ਰਹੀ ਹੈ, ਝੱਖੜ ਵੀ ਚੱਲ ਰਿਹਾ, ਮਿੱਟੀ ਵੀ ਉੱਡ ਰਹੀ ਹੈ। ਤੁਸੀਂ ਕਿਤੇ ਖੇਤ 'ਚ ਬੈਠੇ ਹੋ, ਉੱਥੇ ਫਰਾਟਾ ਚੱਲ ਰਿਹਾ, ਉਹ ਤੂੜੀ ਵੀ ਉੱਡ ਰਹੀ ਹੈ, ਕਣਕ ਆਈ ਜਾ ਰਹੀ ਹੈ। ਤਾਂ ਹਰ ਕਿਸਮ ਦੀ ਜਿਹੜੀ ਹਵਾ ਦੇ ਅੰਦਰ ਕਣ ਹੁੰਦੇ ਆ ਉਹ ਅਲਟੀਮੇਟਲੀ ਸਾਡੇ ਨੱਕ 'ਚ ਜਾਣਗੇ। ਨੱਕ ਕੁਛ ਰੋਕ ਲੂਗਾ, ਕੁਛ ਨਹੀਂ ਰੋਕ ਪਾਏਗਾ, ਤਾਂ ਉਹ ਫਿਰ ਅੱਗੇ ਸਾਇਨਸ ਵਿੱਚ ਵੀ ਚਲੇ ਜਾਣਗੇ। ਕਿਉਂਕਿ ਸਾਰੇ ਸਾਇਨਸ ਜਿਹੜੇ ਨੇ, ਚਾਹੇ ਉਹ ਸਾਇਨਸ ਇੱਕ ਇੱਥੇ ਹੈ, ਇੱਕ ਇੱਥੇ ਹੈ, ਇੱਕ ਉਹਦੇ ਉੱਪਰ ਨੱਖਾਂ ਦੇ ਪਿੱਛੇ ਹੈ, ਤਾਂ ਉਹ ਚਾਰ ਚਫੇਰੇ ਉਹ ਸਾਡਾ ਜਿਹੜਾ ਨੱਕ ਇੱਦਾਂ ਹੈ ਉਹ ਖਾਲੀ ਡੱਬੀਆਂ ਨਾਲ ਘੇਰਿਆ ਹੋਇਆ। ਉਹ ਡੱਬੀਆਂ ਸਾਰੀਆਂ ਕਿੱਥੇ ਖੁੱਲਦੀਆਂ? ਆ ਕੇ ਨੱਕ 'ਚ, ਨੱਕ ਦੇ ਪਿਛਲੇ ਹਿੱਸੇ ਜਾ ਕੇ ਖੁੱਲਦੀਆਂ ਨੇ। ਜੋ ਅਸੀਂ ਹਵਾ ਲੈ ਰਹੇ ਹਾਂ ਤਾਂ ਜਿਹੜੀ ਹਵਾ ਹੈ ਉਹ ਉੱਥੇ ਵੀ ਸਰਕੂਲੇਟ ਕਰੀ ਜਾਂਦੀ ਹੈ। ਇਹਦਾ ਮਤਲਬ ਜੋ ਕਣ ਛਣ ਮਿੱਟੀ ਧੁੰਦ ਕਚਰਾ ਮਚਰਾ ਜੋ ਹੋਏਗਾ ਉਹ ਅਲਟੀਮੇਟਲੀ ਉੱਥੇ ਵੀ ਜਾਏਗਾ, ਅਤੇ ਉੱਥੇ ਜਾਏਗਾ ਤਾਂ ਵਾਪਸ ਨਿਕਲਣ ਦਾ ਤਰੀਕਾ ਉਹਦਾ ਕੋਈ ਬਹੁਤਾ ਵਧੀਆ ਨਹੀਂ ਹੈਗਾ। ਕਿਉਂਕਿ ਉਹ ਨਿੱਕੀ ਜਿਹੀ ਮੋਰੀ ਹੈ, ਉਹ ਮੰਨ ਲਓ ਇੱਕ ਡੱਬੀ ਹੈ, ਉਹਦੀ ਮੋਰੀ ਤਾਂ ਹੈਗੀ ਹੈ ਉੱਪਰਲੇ ਪਾਸੇ ਜਾਂ ਸੈਂਟਰ 'ਚ, ਜਿਹੜਾ ਥੱਲੇ ਜੰਮ ਗਿਆ ਉਹ ਕਿਵੇਂ ਨਿਕਲੇਗਾ? ਉਹ ਜੰਮ ਗਿਆ ਫਿਰ। ਤਾਂ ਸਾਨੂੰ ਜਿਹੜਾ ਉਹਦੇ ਲਈ ਤਰੱਦਦ ਕਰਨਾ ਪੈਂਦਾ, ਕੁਛ ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇ ਜਿਹੜੀਆਂ ਸਾਨੂੰ ਪੁਰਖਿਆਂ ਨੇ ਸਿਖਾਈਆਂ ਸੀਗੀਆਂ। ਉਹ ਚੀਜ਼ਾਂ ਅਸੀਂ ਸਿੱਖਦੇ ਰਹਾਂਗੇ ਤਾਂ ਕਿਤੇ ਨਾ ਕਿਤੇ ਅਸੀਂ ਉਹਨੂੰ ਸਾਫ਼ ਕਰਦੇ ਰਹਾਂਗੇ। ਕਿਉਂਕਿ ਜਦੋਂ ਪੁਰਾਣਾ ਜਿਹੜਾ ਮਨੁੱਖ ਸੀਗਾ ਉਹ ਭੱਜਦਾ ਦੌੜਦਾ ਬਹੁਤ ਸੀਗਾ, ਉਲਟ ਪੁਲਟ ਬਹੁਤ ਹੁੰਦਾ ਸੀਗਾ। ਆਪਾਂ ਤੋਂ ਬੱਚੇ ਜਿਹੜੇ ਸੀਗੇ ਗੁੱਥ ਮੁੱਥਾ ਹੁੰਦੇ, ਕਦੇ ਉੱਚੇ ਲੱਤਾਂ ਠਾਂ, ਕੋਈ ਕਬੱਡੀ ਖੇਡਦੇ ਸੀਗੇ, ਕੋਈ ਕੁਸ਼ਤੀ ਕਰਦੇ ਸੀਗੇ। ਅੱਜ ਦਾ ਮਨੁੱਖ ਕੀ ਹੈ? ਉਹ ਸਿੱਧਾ ਹੀ ਬੈਠਾ ਰਹਿੰਦਾ। ਉਹ ਨਾ ਤਾਂ ਉਹਦੀ ਲੱਤਾਂ ਤਾਂ ਹੁੰਦੀਆਂ ਨੇ, ਨਾ ਉਹਦਾ ਸਿਰ ਠਾਂ ਹੁੰਦਾ। ਤਾਂ ਪੁਰਾਣਾ ਜਿਹੜਾ ਮਨੁੱਖ ਦੀ ਜ਼ਿੰਦਗੀ ਸੀ ਉਹ ਬੜੀ ਹੋਰ ਤਰ੍ਹਾਂ ਦੀ ਸੀਗੀ। ਕਿ ਸਾਡਾ ਜਿਹੜਾ ਰੋਜ਼ਮਰਰਾ ਦੀ ਜ਼ਿੰਦਗੀ ਸੀ ਉਹ 'ਚ ਅਸੀਂ ਝੁਕਦੇ ਵੀ ਬਹੁਤ ਸੀਗੇ, ਟੇਢੇ ਮੇਢੇ ਵੀ ਬਹੁਤ ਹੁੰਦੇ ਸੀਗੇ, ਖੇਡਦੇ ਖੂਡਦੇ ਫਿਰ ਗੁੱਥ ਮੁੱਥਾ ਵੀ ਹੁੰਦੇ ਸੀਗੇ। ਅਤੇ ਉਹਦੇ ਨਾਲ ਕੀ ਹੁੰਦਾ ਸੀਗਾ, ਸਾਰੇ ਜਿਹੜੇ ਸਾਇੰਸ ਸੀਗੇ ਉਹ ਨੈਚੁਰਲੀ ਡਰੇਨ ਹੁੰਦੇ ਰਹਿੰਦੇ ਸੀਗੇ। ਅੱਜ ਜੇ ਮੰਨ ਲਓ ਤੁਸੀਂ ਸਿੱਧੇ ਬੈਠੇ ਹੋ, ਉਹਦੀ ਮੋਰੀ ਤਾਂ ਕਿਸੇ ਇੱਕ ਸਿਰੇ 'ਤੇ ਹੈ ਨਾ, ਬਾਕੀ ਡੱਬੀ ਦੇ ਵਿੱਚ ਉੱਥੇ ਜਾ ਕੇ ਸਾਰਾ ਜੰਮੀ ਜਾਊਗਾ। ਉਹਦੇ ਲਈ ਤੁਹਾਨੂੰ ਜਿਹੜਾ ਕੁਛ ਨਾ ਕੁਛ ਐਕਸਟਰਾ ਨੈਚੁਰਲ ਚੀਜ਼ਾਂ ਸਿੱਖਣੀਆਂ ਪੈਣਗੀਆਂ। ਉਹ ਸਿੱਖਣੀਆਂ ਬਹੁਤ ਜ਼ਰੂਰੀ ਨੇ ਕਿ ਅਸੀਂ ਉਸ ਸਾਇਨਸਸ ਨੂੰ, ਜਿਹੜਾ ਉਹਦੇ ਅੰਦਰ ਕਚਰਾ ਮਚਰਾ ਜੰਮ ਗਿਆ, ਧੂੜ ਧੱਲਾ ਜੰਮ ਗਿਆ, ਕੋਈ ਹਵਾ ਦੇ ਵਿੱਚ ਗੰਦਗੀ ਸੀ ਉਹ ਜੰਮ ਗਈ ਹੈ, ਕੋਈ ਨੇੜੇ ਚੁੱਲ੍ਹੇ ਨੇੜੇ ਬੈਠੇ ਅਸੀਂ ਮੰਨ ਲਓ, ਚੁੱਲ੍ਹੇ ਦੇ ਅੰਦਰ ਉਹ ਧੂੰਆਂ ਲੱਕੜ ਵੱਲ ਰਹੀ ਹੈ, ਧੂੰਆਂ ਹੈ, ਸੁਆਹ ਉੜੇਗੀ। ਤਾਂ ਹਰ ਚੀਜ਼ ਤੁਹਾਡੇ ਅੰਦਰ ਜਾਏਗੀ, ਉਹ ਉੱਥੇ ਵੀ ਜੰਮੇਗੀ, ਫੇਫੜਿਆਂ 'ਚ ਵੀ ਜਾਏਗੀ। ਫੇਫੜੇ 'ਚ ਤਾਂ ਜਦੋਂ ਤੁਸੀਂ ਖੰਘਦੇ ਆ, ਉਹ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀਗੇ, ਉਹ ਜਦੋਂ ਦਾਤਨ ਕਰਦੇ ਹੁੰਦੇ ਸੀਗੇ ਤਾਂ ਗਲ 'ਚ ਮਾਰਦੇ ਸੀ ਐਂ ਕਰਕੇ, ਕਰਦੇ ਹੁੰਦੇ ਸਵੇਰੇ ਉੱਠ ਕੇ। ਸਵੇਰ ਦੀ ਆਵਾਜ਼ ਹੀ ਬੜੀ, ਜਿਹੜੀ ਸਵੇਰ ਦੀ ਆਵਾਜ਼ਾਂ 'ਚ ਇੱਕ ਮਸ਼ਹੂਰ ਆਵਾਜ਼ ਹੁੰਦੀ ਸੀਗੀ ਵੀ ਉਹ ਗਲ 'ਚ ਦਾਤਨ ਮਾਰ ਕੇ ਉੱਚੀ ਖੰਘਦੇ ਸੀ। ਤਾਂ ਉਹ ਕੀ ਕਰਦੇ ਸੀਗੇ, ਉਹ ਜਦੋਂ ਗਲ 'ਚ ਮਾਰਦੇ ਸੀਗੇ ਤਾਂ ਜ਼ੋਰ ਦੀ ਖੰਘ ਆਉਂਦੀ ਸੀਗੀ, ਅਤੇ ਜ਼ੋਰ ਦੀ ਖੰਘ ਆਉਣ ਨਾਲ ਜੋ ਫੇਫੜਿਆਂ ਅੰਦਰ ਜੰਮਿਆ ਹੁੰਦਾ ਸੀਗਾ ਉਹ ਨਿਕਲ ਜਾਂਦਾ ਸੀਗਾ। ਅਤੇ ਇੱਦਾਂ ਹੀ ਸਾਨੂੰ ਕੁਛ ਨਾ ਕੁਛ ਕੁਦਰਤੀ ਤਰੀਕੇ ਜਿਹੜੇ ਉਹ ਸਿੱਖਣੇ ਚਾਹੀਦੇ ਆ, ਤਾਂ ਕਿ ਔਰ ਜਦੋਂ ਜਿੱਥੇ ਜੰਮ ਜਾਏਗਾ ਉੱਥੇ ਬੈਕਟੀਰੀਆ ਵੀ ਨੇ। ਜੇ ਕੋਈ ਚੀਜ਼ ਜੰਮ ਗਈ, ਜਿੱਥੇ ਸੜ ਰਹੀ ਹੈ, ਮੰਨ ਲਓ ਕਿ ਜੀ ਉੱਥੇ ਕੋਈ ਪਾਣੀ ਖੜ ਗਿਆ, ਉੱਥੇ ਕੋਈ ਖਾਧਾ ਪੀਤਾ, ਕੋਈ ਮਾੜਾ ਮੋਟਾ ਉਹ ਵੀ ਚਲਾ ਜਾਏਗਾ, ਕੋਈ ਭੋਜਨ ਦਾ ਪਾਰਟੀਕਲ ਵੀ ਚਲਾ ਜਾਏਗਾ। ਸੋ ਭੋਜਨ ਵੀ ਉੱਥੇ ਹੈ, ਛਿੱਲ ਵੀ ਉੱਥੇ ਹੈ, ਉਹ ਜੰਮ ਗਿਆ, ਉੱਥੇ ਸੜੇਗਾ ਨਾ। ਜਿੱਥੇ ਸੜੇਗਾ ਤਾਂ ਇਨਫੈਕਸ਼ਨ ਵੀ ਹੋਏਗੀ। ਸੋ ਇਹਦਾ ਮਤਲਬ ਉਹਨੂੰ ਸੜਨ ਤੋਂ ਵੀ ਰੋਕਣਾ ਹੈ। ਜੇ ਇਨਫੈਕਸ਼ਨ ਹੋ ਗਈ ਤਾਂ ਉਹਨੂੰ ਫਿਰ ਡਰੇਨ ਵੀ ਕਰਨਾ ਹੈ। ਤਾਂ ਇਹ ਸਾਰਾ ਸਿਸਟਮ ਜਿਹੜਾ ENT ਵਾਲਾ ਇਸ ਕਰਕੇ ਉਲਝ ਜਾਂਦਾ ਹੈ ਕਿ ਇਹ ਗੇਟਵੇ ਹੈ, ਇਹਦੇ ਅੰਦਰ ਭੋਜਨ ਨੇ ਵੀ ਜਾਣਾ ਹੈ, ਭੋਜਨ ਦੇ ਕਣਾਂ ਨੇ ਵੀ ਜਾਣਾ ਹੈ, ਉੱਥੇ ਗਲਣਾ ਸੜਨਾ ਵੀ ਹੈ। ਅਤੇ ਜੇ ਅਸੀਂ ਠੀਕ ਉਹਦਾ ਧਿਆਨ ਨਹੀਂ ਰੱਖ ਪਾਵਾਂਗੇ ਤਾਂ ਅਸੀਂ ਫਿਰ ਉਲਝ ਜਾਵਾਂਗੇ। ਅਤੇ ਉਲਝ ਕੇ ਫਿਰ ਅਸੀਂ ਅੱਜ ਸਾਡੀ ਬਦਕਿਸਮਤੀ ਹੋ ਗਈ ਹੈ ਕਿ ਨਿੱਕੀ ਜਿਹੀ ਸਮੱਸਿਆ ਨੂੰ ਲੈ ਕੇ ਵੀ ਅਸੀਂ ਸਪੈਸ਼ਲਿਸਟ ਕੋਲ ਭੱਜਦੇ ਹਾਂ। ਅਸੀਂ ਕਾਮਨ ਸੈਂਸ ਆਪਣੀ ਵਰਤਣ ਦੀ ਬਜਾਏ, ਆਪਣੇ ਦੇਸੀ ਤਰੀਕੇ ਵਰਤਣ ਦੀ ਬਜਾਏ, ਆਪਣੀ ਡਾਕਟਰੀ ਆਪ ਕਰਨ ਦੀ ਬਜਾਏ ਅਸੀਂ ਸਿੱਧਾ ਸਪੈਸ਼ਲਿਸਟ ਕੋਲ ਜਾਂਦੇ ਹਾਂ। ਸਪੈਸ਼ਲਿਸਟ ਦਾ ਤਾਂ ਫਿਰ ਕੰਮ ਹੈ, ਉਹਨੂੰ ਤਾਂ ਸਿਖਾਇਆ ਹੀ ਗਿਆ ਵੀ ਤੇਰੇ ਕੋਲ ਆ ਗਿਆ ਤੂੰ ਚਾਕੂ ਚਲਾਉਣਾ, ਜੋ ਉਹਨੂੰ ਕੈਮੀਕਲ ਦਵਾਈਆਂ ਦੇਣੀਆਂ ਨੇ, ਉਹਦੀ ਟ੍ਰੇਨਿੰਗ ਦੇ ਹਿਸਾਬ ਨਾਲ ਫਿਰ ਉਹੀ ਦਿੰਦਾ। ਅਤੇ ਉਹਦੇ 'ਚ ਅਸੀਂ ਉਲਝ ਜਾਂਦੇ ਹਾਂ, ਦਵਾਈਆਂ ਖਾਂਦੇ ਹਾਂ ਤਾਂ ਵੀ ਉਲਝ ਜਾਂਦੇ ਹਾਂ, ਅਤੇ ਜੇ ਸਰਜਰੀ ਕਰਾਉਣੇ ਤਾਂ ਵੀ ਉਲਝ ਜਾਂਦੇ ਹਾਂ। ਅਤੇ ਇਹ ਸਾਰੀ ਉਲਝਣ ਜਿਹੜੀ ਹੈ ਕਿਤੇ ਨਾ ਕਿਤੇ ਇਸ ਗੱਲ 'ਚੋਂ ਨਿਕਲਦੀ ਹੈ ਕਿ ਅਸੀਂ ਬਿਨਾਂ ਵਜ੍ਹਾ ਡਾਕਟਰ ਕੋਲ ਜਾਂਦੇ ਹਾਂ, ਬਿਨਾਂ ਵਜ੍ਹਾ ਸੁਪਰ ਸਪੈਸ਼ਲਿਸਟ ਕੋਲ ਜਾਂਦੇ ਹਾਂ। ਸਾਨੂੰ ਜਿਹੜੀ ਚੀਜ਼ ਫੈਮਿਲੀ ਫਿਜ਼ੀਸ਼ੀਅਨ ਦੱਸ ਸਕਦਾ, ਸਾਡਾ ਕੋਈ ਬਜ਼ੁਰਗ ਦੱਸ ਸਕਦਾ, ਸਾਡਾ ਕੋਈ ਸੀਨੀਅਰ ਦੱਸ ਸਕਦਾ, ਸਾਡੀ ਮਾਂ ਦੱਸ ਸਕਦੀ ਹੈ, ਦਾਦੀ ਦੱਸ ਸਕਦੀ ਹੈ, ਉਹ ਚੀਜ਼ ਲਈ ਵੀ ਅਸੀਂ ਅੱਜ ਸਪੈਸ਼ਲਿਸਟ ਨੂੰ ਚੁਣ ਲਿਆ। ਉਹ ਜੇ ਦਾਦੀ ਦਾ ਟੋਟਕਾ ਸੀਗਾ, ਹੁਣ ਦਾਦੀ ਦਾ ਟੋਟਕੇ ਕਿੱਦਾਂ ਦੇ ਹੁੰਦੇ ਸੀਗੇ? ਨਸਵਾਰ ਲੈ ਲਓ, ਕਿੰਨੇ ਏਰ ਦੀ ਨਸਵਾਰ ਲੈ ਲਓ। ਹੁਣ ਨਸਵਾਰ ਲੈਣ ਦਾ ਕੀ ਮਤਲਬ ਹੁੰਦਾ ਸੀਗਾ? ਨਸਵਾਰ ਜੋ ਤੁਸੀਂ ਲਿੱਤੀ
ਤਾਂ ਉਹਦੇ ਅੰਦਰ ਸਾਰੀਆਂ ਸਕਰੀਨ ਪਤਲੀਆਂ ਹੋ ਜਾਂਦੀਆਂ ਸੀਗੀਆਂ। ਉਹ ਸਵਾਰ ਗਈ ਨਾ, ਉਹ ਹਰ ਚੀਜ਼ ਨੂੰ ਛੇੜਦੀ ਸੀ। ਉਹਦੇ ਅੰਦਰ ਬੈਕਟੀਰੀਆ ਲੜਨ ਦਾ ਵੀ ਗੁਣ ਸੀਗਾ। ਕਨੇਰ, ਹੁਣ ਕਨੇਰ 'ਚ ਬਹੁਤ ਗੁਣ ਨੇ। ਇਹਦਾ ਸੁੰਡ ਦੀ ਸਵਾਰ ਲੈਂਦੇ ਅਸੀਂ, ਸੁੰਡ ਦੀ, ਸੁੰਡ ਸੁੰਘਣੀ। ਤਾਂ ਉਹਦਾ ਮਤਲਬ ਇਹੀ ਸੀਗਾ ਕਿ ਉਹ ਜਦੋਂ ਜਾ ਕੇ ਤੁਹਾਨੂੰ ਇਰੀਟੇਟ ਕਰੇਗੀ ਤਾਂ ਥੋੜਾ ਬੋਡੀ ਜਿਹੜੀ ਉਹਦੇ ਪਾਣੀ ਬਣਾਏਗੀ ਤਾਂ ਸਾਰਾ ਘੋਲ ਘਾਲ ਕੇ ਬਾਹਰ ਲੈ ਆਏਗੀ। ਤਾਂ ਇੱਦਾਂ ਦੇ ਜਿਹੜੇ ਟੋਟਕੇ ਹੁੰਦੇ ਸੀਗੇ ਉਹ ਪਹਿਲਾਂ ਟਰਾਈ ਕਰਨੇ ਚਾਹੀਦੇ ਆ। ਦੇਸੀ ਨੇਚੁਰਲ ਤਰੀਕੇ ਪਹਿਲਾਂ ਟਰਾਈ ਕਰੋ। ਜੇ ਫਿਰ ਵੀ ਉਲਝ ਜਾਓ ਤਾਂ ਫਿਰ ਵੱਖਰੀ ਗੱਲ, ਸਪੈਸ਼ਲਿਸਟ ਕੋਲ ਜਾਣਾ ਪਏ ਤਾਂ ਪਏ। ਲੇਕਿਨ ਆਮ ਤੌਰ 'ਤੇ 100 ਚੋਂ 99 ਬੰਦਿਆਂ ਨੂੰ ਜਿਹੜਾ ਹੈ ਉਹ ਆਪਣੇ ਦੇਸੀ ਨੇਚੁਰਲ ਤਰੀਕੇ ਨਾਲ ਆਪਾਂ ਠੀਕ ਕਰ ਸਕਦੇ ਹਾਂ। ਇਹ ਸਿਰਫ 1-2% ਹੁੰਦੇ ਨੇ ਇਹੋ ਜਿਹੇ ਜਿਹੜੇ ਉਲਝੇ ਹੋਏ ਕੇਸ ਹੁੰਦੇ ਜਿਹਨਾਂ ਨੂੰ ਡਾਕਟਰ ਕੋਲ ਜਾਣ ਦੀ ਲੋੜ ਹੁੰਦੀ ਹੈ। ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਡਰੇਨ ਕਰਨ ਦੇ, ਸਫਾਈ ਕਰਨ ਦੇ ਜਿਹੜੇ ਨੇ ਵੱਖਰੇ ਜਿਹੜੇ ਤਰੀਕੇ ਨੇ ਸਾਨੂੰ ਸਿੱਖਣੇ ਚਾਹੀਦੇ ਨੇ। ਜਿਨ੍ਹਾਂ 'ਚ ਤੁਸੀਂ ਦੋ ਤਾਂ ਦੱਸ ਹੀ ਦਿੱਤੇ, ਨਸਵਾਰ ਸੁੰਘ ਲੈਣੀ ਚਾਹੀਦੀ ਹੈ, ਸੁੰਡ ਦਾ ਜਿਹੜਾ ਸਾਨੂੰ ਸੁੰਘ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜਾ ਉਹ ਤੁਸੀਂ ਦੱਸਿਆ ਵੀ ਦਾਤਣ ਨੂੰ ਕਿਸ ਤਰ੍ਹਾਂ ਆਪਾਂ ਗਲੇ 'ਚ ਮਾਰਦੇ ਸੀ ਅਤੇ ਉਹ ਡਰੇਨ ਹੋ ਜਾਂਦਾ ਸੀ ਅੰਦਰੋਂ ਸਾਰਾ ਕੁਝ ਹੋਰ ਵੀ ਅਜਿਹੇ ਤਰੀਕੇ ਹੈਗੇ ਨੇ ਜਿਨ੍ਹਾਂ ਦੇ ਨਾਲ ਆਪਾਂ ਆਪਣੀ ਸਫਾਈ ਜਿਹੜੀ ਹੈ ਸਾਇਨਸਿਸ ਦੀ ਕਰਦੇ ਰਹੀਏ, ਤਾਂ ਕਿ ਜਿਹੜਾ ਉਹਦੇ ਵਿੱਚ ਬੈਕਟੀਰੀਆ ਜਿਹੜਾ ਉਹ ਨਾ ਸੜੇ ਹੋਏ ਚੀਜ਼ ਨੂੰ ਬੈਕਟੀਰੀਆ ਜਿਹੜਾ ਨਾ ਖਰਾਬ ਕਰੇ ਅਤੇ ਅਸੀਂ ਬਿਮਾਰ ਨਾ ਹੋਈਏ। ਆਕਲਨ ਜੀ, ਸਭ ਤੋਂ ਪਾਪੂਲਰ ਜਿਹੜਾ ਸਭ ਤੋਂ ਕਾਮਨ ਤਰੀਕਾ ਹੈਗਾ ਗਰਾਰੇ ਕਰਨਾ। ਭਾਰਤੀ ਸੱਭਿਅਤਾ ਦਾ ਜਿਹੜਾ ਪੁਰਾਣਾ ਸੀਗਾ, ਜਿਹਦਾ ਆਪਾਂ ਖਾਣਾ ਖਾ ਕੇ ਕੁਰਲਾ ਕਰਦੇ ਹਾਂ। ਉਹ ਜੇ ਤੁਸੀਂ ਕਿਸੇ ਅੰਗਰੇਜ਼ ਪਰਿਵਾਰ ਦਾ ਕੁਰਲਾ ਕਰੋਗੇ ਉਹਨੂੰ ਬੜਾ ਅਜੀਬ ਲੱਗੇਗਾ ਵੀ ਕੀ ਕਰੀ ਜਾਂਦਾ, ਵਜਾਈਆਂ ਪੈਦਾ ਕਰੀ ਜਾਂਦਾ। ਉਹਨਾਂ ਦਾ ਕੀ ਕੰਮ ਹੈ? ਖਾਣਾ ਖਾਣਗੇ, ਹੱਥ ਵੀ ਉੱਥੇ ਹੀ ਧੋ ਲੈਣਗੇ ਅਤੇ ਉੱਥੇ ਹੀ ਸਾਫ਼ ਸੁਫ ਜਿਹਾ ਕਰਕੇ ਬਿਨਾਂ ਕੁਰਲਾ ਕਰੇ ਉੱਠ ਕੇ ਚਲੇ ਜਾਂਦੇ ਆ। ਸਾਡਾ ਕੀ ਸਿਸਟਮ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਵੀ ਕੁਰਲਾ ਕਰਨਾ, ਮੂੰਹ ਮਾ ਹੱਥ ਧੋਣੇ, ਕੁਰਲਾ ਕਰਕੇ ਆਉਣਾ ਤਾਂ ਕਿ ਬਾਹਰਲੀ ਮਿੱਟੀ ਘੱਟਾ ਜਿਹੜਾ ਉਹ ਹੱਥਾਂ ਦਾ ਵੀ ਧੁਲ ਜਾਏ ਅਤੇ ਮੂੰਹ ਦਾ ਵੀ ਧੁਲ ਜਾਏ। ਫਿਰ ਅਸੀਂ ਪਵਿੱਤਰ ਭਾਵ ਨਾਲ ਖਾਣਾ ਖਾਣਾ। ਇਹ ਖਾਣਾ ਖਾਣ ਤੋਂ ਬਾਅਦ ਕੁਰਲਾ ਕਰਨਾ। ਉਹ ਕੁਰਲਾ ਜਿੱਦਾਂ ਅਸੀਂ ਕਰਦੇ ਹਾਂ ਖੋ ਕਰਕੇ ਫਰ ਪੂਰਾ, ਇਹ ਸਾਡੇ ਸੱਭਿਆਚਾਰ ਦਾ ਹਿੱਸਾ। ਔਰ ਐਡਾ ਵੰਡਰਫੁੱਲ ਆ ਉਹ ਕਿ ਖਾਣਾ ਖਾਣ ਤੋਂ ਬਾਅਦ ਤੁਸੀਂ ਕੁਰਲਾ ਕਰ ਲਓ, ਤੁਹਾਡੇ ਸਾਰੇ ਮੂੰਹ ਦੇ ਜਿੰਨੇ ਪਾਰਟੀਕਲ ਤੁਹਾਡੇ ਮੂੰਹ 'ਚ ਫਸੇ ਹੋਣਗੇ ਉਹ ਸਾਰੇ ਨਿਕਲ ਜਾਣਗੇ, ਜਿਨ੍ਹਾਂ ਨੇ ਮੁੜ ਕੇ ਉੱਥੇ ਸੜਨਾ ਸੀਗਾ ਅਤੇ ਸੜ ਕੇ ਤੁਹਾਡੇ ਦੰਦ ਵੀ ਖਰਾਬ ਕਰਨੇ ਸੀਗੇ ਅਤੇ ਥੋੜ੍ਹਾ ENT ਸਿਸਟਮ ਵੀ ਖਰਾਬ ਕਰਨਾ ਸੀਗਾ। ਪਹਿਲੀ ਗੱਲ ਤਾਂ ਖਾਣ ਲੱਗਿਆ, ਉਹ ਖਾਣੇ ਤੋਂ ਬਾਅਦ ਸਾਡੀ ਆਪਣੀ ਸੱਭਿਅਤਾ ਦਾ ਕੁਰਲਾ ਜਿਹੜਾ ਉਹ ਕਰਨਾ, ਮੇਰੇ ਘਰ ਚੰਗੀ ਤਰ੍ਹਾਂ ਗੋੜ ਕਰਕੇ, ਤਾਂ ਕਿ ਕੋਈ ਮੂੰਹ 'ਚ ਪਾਰਟੀਕਲ ਫੂਡ ਦਾ ਲੱਗਿਆ ਨਾ ਰਹਿ ਜੇ। ਉਸ ਤੋਂ ਬਾਅਦ ਕਿਉਂਕਿ ਉਸ ਜੇ ਲੱਗਿਆ ਰਹਿ ਗਿਆ ਤਾਂ ਸੜੇਗਾ, ਉਹ ਸੜੇਗਾ ਤਾਂ ਫਿਰ ਖਰਾਬ ਕਰੇਗਾ। ਕੋਈ ਵੀ ਭੋਜਨ ਦਾ ਇੱਕ ਅਸੂਲ ਹੈ ਕਿ ਭੋਜਨ ਕਿਤੇ ਵੀ ਖੜ ਗਿਆ ਉਹ ਸੜੇਗਾ, ਅਤੇ ਭੋਜਨ ਮੂੰਹ ਤੋਂ ਲੈ ਕੇ ਅੰਤੜੀਆਂ ਤੱਕ ਕਿਤੇ ਵੀ ਖੜਨਾ ਨਹੀਂ ਚਾਹੀਦਾ, ਰੁਕਣਾ ਨਹੀਂ ਚਾਹੀਦਾ। ਤਾਂ ਹੀ ਆਪਾਂ ਕਹਿੰਦੇ ਕਬਜ਼ ਦਾ ਮਤਲਬ ਕਿ ਖੜ ਗਿਆ, ਉਹ ਸੜ ਰਿਹਾ, ਕਬਜ਼ਾ ਕਰ ਲਿਆ। ਹਾਂ, ਤਾਂ ਉਹਨੂੰ ਕਬਜ਼ਾ ਕਰਕੇ ਬਹਿ ਗਿਆ ਅੰਤੜੀਆਂ 'ਤੇ। ਤਾਂ ਕਬਜ਼ ਜਿਹੜੀ ਹੈ ਉਹ ਜਿੱਦਾਂ ਅਸੀਂ ਕਹਿੰਦੇ ਹਾਂ, ਸਾਡਾ ਜਿਹੜਾ ਆਯੁਰਵੇਦ ਕਹਿੰਦਾ ਕਿ ਕਬਜ਼ ਜਿਹੜੀ ਹੈ ਬਿਮਾਰੀਆਂ ਦੀ ਜੜ੍ਹ ਹੈ। ਇੱਦਾਂ ਹੀ ਮੂੰਹ 'ਚ ਵੀ ਜਿਹੜੇ ਖਾਣਾ ਖਾ ਕੇ ਅਸੀਂ ਬੜੇ ਹੀ ਗੱਲਾਂ ਜਿਹੀਆਂ ਕਰਦੇ, TV ਦੇਖਦੇ, ਆਰਾਮ ਨਾਲ ਜਾ ਕੇ ਸੌ ਜਾਂਦੇ ਹਾਂ। ਤਾਂ ਹੀ ਰੱਖਿਆ ਗਿਆ ਕਿ ਰਾਤ ਨੂੰ ਸੌਣ ਲੱਗਿਆ ਪਹਿਲੀ ਗੱਲ ਤਾਂ ਖਾਣਾ ਖਾਣ ਤੋਂ ਬਾਅਦ ਕੁਰਲਾ ਕਰੋ ਚੰਗੀ ਤਰ੍ਹਾਂ, ਤਾਂ ਕਿ ਉਹ 'ਚ ਕੋਈ ਕਣ ਜਿਹੜਾ ਫੂਡ ਦਾ ਪੜ। ਫਿਰ ਉਸ ਤੋਂ ਬਾਅਦ ਬਰੱਸ਼ ਕਰੋ ਸੌਣ ਲੱਗਿਆ, ਬਰੱਸ਼ ਕਰਕੇ ਮੂੰਹ ਸਾਫ਼ ਕਰਕੇ ਸੋਵੋ, ਤਾਂ ਕਿ ਤੁਹਾਡੇ ਮੂੰਹ 'ਚ ਕੋਈ ਵੀ, ਸੋ ਇਹ ਮੂੰਹ ਵਾਸਤੇ ਵੀ ਜ਼ਰੂਰੀ ਹੈ, ਦੰਦਾਂ ਵਾਸਤੇ ਵੀ ਜ਼ਰੂਰੀ ਹੈ, ਔਰ ENT ਵਾਸਤੇ ਵੀ ਜ਼ਰੂਰੀ, ਕਿਉਂਕਿ ENT ਉੱਥੇ ਹੀ ਹੈ, ਸਾਰੀ ENT ਮੂੰਹ ਨਾਲ ਜੁੜੀ ਹੋਈ ਹੈ। ਅਤੇ ਜੇ ਤੁਸੀਂ ਠੀਕ ਢੰਗ ਨਾਲ ਖਾਣਾ ਖਾ ਲਿਆ ਅਤੇ ਠੀਕ ਢੰਗ ਨਾਲ ਕੁਰਲਾ ਕਰ ਲਿਆ ਅਤੇ ਕੁਰਲੇ ਤੋਂ ਬਾਅਦ ਬਰੱਸ਼ ਕਰ ਲਿਆ, ਜਿਹੜਾ ਅਸੀਂ ਕਹਿੰਦੇ ਹਾਂ ਕਿ ਬਰੱਸ਼ ਕਰੋ ਬ੍ਰੇਕਫਾਸਟ ਤੋਂ ਬਾਅਦ, ਸਵੇਰ ਦਾ ਖਾਣਾ ਖਾਣ ਤੋਂ ਬਾਅਦ ਅਤੇ ਰਾਤ ਦੇ ਖਾਣੇ ਤੋਂ ਬਾਅਦ। ਸਵੇਰ ਦੇ ਖਾਣੇ ਤੋਂ ਬਾਅਦ ਵੀ ਤੁਹਾਡਾ ਮੂੰਹ ਸਾਫ਼ ਹੋ ਜਾਵੇ ਤਾਂ ਕਿ ਉੱਥੇ ਫੂਡ ਸੜੇ ਨਾ, ਅਤੇ ਰਾਤ ਦੇ ਖਾਣੇ ਤੋਂ ਬਾਅਦ ਵੀ ਮੂੰਹ ਸਾਫ਼ ਹੋ ਜਾਵੇ ਤਾਂ ਕਿ ਉੱਥੇ ਸੜੇ ਨਾ। ਸੋ ਇੱਕ ਤਾਂ ਪਹਿਲੀ ਗੱਲ ਹੈ। ਫਿਰ ਗਰਾਰੇ ਕੀ ਨੇ? ਗਰਮ ਪਾਣੀ 'ਚ ਪੌਣਾ ਚਮਚਾ ਨਮਕ ਪਾਓ, ਅੱਧਾ ਚਮਚਾ ਹਲਦੀ ਪਾਓ, ਗਰਾਰੇ ਕਰ ਲਓ। ਕਿੰਨੇ ਪਾਣੀ 'ਚ? ਇੱਕ ਗਲਾਸ ਉਹਨਾਂ ਗਰਮ ਜਿੰਨਾ ਬਰਦਾਸ਼ਤ ਹੋ ਸਕੇ। ਤਾਂ ਗਰਾਰੇ ਕਰਨ ਦਾ ਵੀ ਖਾਸ ਸਟਾਈਲ ਹੈ ਕਿ ਕਿਸ ਤਰ੍ਹਾਂ ਆਪਾਂ ਗਰਾਰੇ ਕਰਦੇ ਹਾਂ। ਕੁਰਲਾ ਉਦੋਂ ਕਰਦੇ ਹਾਂ ਮੂੰਹ 'ਚ ਗੇੜੇ ਦਿੰਦੇ ਹਾਂ, ਗਰਾਰੇ ਅਸੀਂ ਉੱਪਰ ਮੂੰਹ ਕਰਕੇ ਗੜ ਕਰਕੇ ਕਰਦੇ ਹਾਂ। ਤਾਂ ਗਲੇ ਵਾਸਤੇ ਨੇ, ਕਿਉਂਕਿ ਜਿਹੜੀ ਉਹ ਤੁਹਾਡੀ ਕੰਨ ਖੁੱਲ੍ਹ ਰਹੇ ਹੈ ਜਾਂ ਜਿਹੜੀ ਜ਼ਿਆਦਾ ਨਾੜੀਆਂ ਖੁੱਲ੍ਹ ਰਹੀਆਂ ਨੇ, ਇਹਦੀਆਂ ਸਾਇਨਸਿਸ ਖੁੱਲ੍ਹ ਰਹੀਆਂ, ਜ਼ਿਆਦਾ ਪਿਛਲੇ ਪਾਸੇ ਨੇ। ਸੋ ਉਹ ਗਰਾਰਿਆਂ 'ਚ ਜ਼ਿਆਦਾ ਜਿਹੜੀ ਉਹਨਾਂ ਦੀ ਓਪਨਿੰਗ ਹੈ, ਕਿਉਂਕਿ ਜਦੋਂ ਕੋਈ ਚੀਜ਼ ਉੱਥੇ ਸੜ ਰਹੀ ਹੈ, ਉੱਥੇ ਇਨਫੈਕਸ਼ਨ ਹੋ ਰਹੀ ਹੈ, ਤਾਂ ਉਹ ਮੋਰੀ ਬੰਦ ਹੋ ਜਾਂਦੀ ਹੈ, ਉਹ ਸਾਈਨਸ ਦੀ ਸੋਜਾ ਹੋ ਗਿਆ ਨਾ ਉੱਥੇ, ਜਿੱਦਾਂ ਆਪਾਂ ਸੱਟ ਲੱਗੇ ਆਪਾਂ ਨੂੰ ਉਹ ਪਾਰਟ ਸੁੱਜ ਜਾਂਦਾ। ਇੱਦਾਂ ਹੀ ਜੇ ਇੱਥੇ ਜਦੋਂ ਕੋਈ ਆਪਾਂ ਨੂੰ ਕੋਈ ਗੰਦਮੰਦ ਆਇਆ, ਕੋਈ ਕੈਮੀਕਲ ਸੀ, ਕੋਈ ਰੀਟੈਂਟ ਸੀ, ਜਾਂ ਸੜ ਗਿਆ ਉੱਥੇ ਕੋਈ ਚੀਜ਼, ਤਾਂ ਉਹ ਜਿਹੜੀ ਸਾਇਨਸ ਦੀਆਂ ਮੋਰੀਆਂ ਨੇ ਛੋਟੀਆਂ ਹੋ ਜਾਣਗੀਆਂ ਜਾਂ ਬੰਦ ਹੋ ਜਾਣਗੀਆਂ। ਫਿਰ ਉਹ ਸਾਇਨਸ ਡਰੇਨ ਨਹੀਂ ਕਰਨਗੇ। ਜਿਹੜੇ ਸਾਇਨਸ ਦੇ ਅੰਦਰ ਪਾਣੀ ਜਾਊਗਾ ਤਾਂ ਉੱਥੇ ਉਹ ਸੜੀ ਗਲੀ ਜਾਏਗਾ। ਸੋ ਜਿਹੜਾ ਸੜੇਗਾ ਤਾਂ ਫਿਰ ਉਹ ਇਨਫੈਕਸ਼ਨ ਕਰੇਗਾ, ਪਸ ਬਣੇਗਾ, ਪੀਕ ਬਣੇਗਾ, ਫੰਗਸ ਹੋਏਗੀ, ਤਾਂ ਕਈ ਕਿਸਮ ਦਾ ਉੱਥੇ ਵਰਤਾਰਾ ਹੋਏਗਾ। ਤਾਂ ਉਹ ਗਰਾਰੇ ਉਹਦੇ ਲਈ
ਸਭ ਤੋਂ ਸੌਖਾ ਤੇ ਸਭ ਤੋਂ ਉੱਤਮ ਚੀਜ਼ ਹੈ ਨਮਕ ਤੇ ਹਲਦੀ ਵਾਲੇ ਗਰਾਰੇ। ਪੌਣਾ ਚਮਚ ਨਮਕ, ਅੱਧਾ ਕੁ ਚਮਚ ਹਲਦੀ ਪਾ ਕੇ ਗਰਾਰੇ ਕਰੋ ਗਰਮ ਗਰਮ ਪਾਣੀ ਨਾਲ। ਦੂਸਰਾ ਤਰੀਕਾ ਹੈ ਭਾਫ ਲੈਣੀ। ਭਾਫ ਜਦੋਂ ਅਸੀਂ ਲੈਂਦੇ ਨੱਕ ਚੋਂ ਤਾਂ ਉਹਦੇ ਨਾਲ ਵੀ ਇਹ ਸਾਰੇ ਸਾਈਨਸ ਜਿਹੜੇ ਨੇ ਇਹ ਖੁੱਲ ਜਾਂਦੇ ਆ, ਖੁੱਲ ਕੇ ਫਿਰ ਡਰੇਨ ਹੋਣੇ ਸ਼ੁਰੂ ਹੋ ਜਾਂਦੇ ਆ। ਜਦੋਂ ਅਸੀਂ ਭਾਫ ਲਵਾਂਗੇ ਤਾਂ ਉਹ ਭਾਫ ਗਰਮ ਗਰਮ ਜਾਏਗੀ ਅੰਦਰ ਨੱਕ 'ਚ, ਜਦੋਂ ਤੁਹਾਡੇ ਓਪਨਿੰਗ ਨੇ ਉਹ ਖੁੱਲ ਜਾਣਗੇ। ਤਾਂ ਭਾਫ ਲੈਣਾ ਦੂਜਾ ਤਰੀਕਾ ਹੈ ਵਧੀਆ। ਭਾਫ ਦੇ ਅੰਦਰ ਹੁਣ ਬਹੁਤ ਵਾਰ ਲੋਕ ਪੁੱਛਦੇ ਆ ਕਿ ਭਾਫ 'ਚ ਪਾਈਏ ਕਿ ਪਾਣੀ 'ਚ, ਤਾਂ ਬਹੁਤੀ ਵਾਰੀ ਜੇ ਕੁਛ ਨਹੀਂ ਹੈ ਤਾਂ ਨਾ ਪਾਓ ਕੁਛ ਵੀ। ਕਪੂਰ ਵੀ ਪਾਇਆ, ਕਪੂਰ ਪਾਇਆ ਜਾ ਸਕਦਾ। ਦੂਜੀ ਗੱਲ ਉਸ 'ਚ ਐਕਲਿਪਟਸ ਆਇਲ, ਸਫੇਦੇ ਦਾ ਤੇਲ ਪਾਇਆ ਜਾਂਦਾ। ਕੁਛ ਹਰਬਲ ਪ੍ਰੈਪਰੇਸ਼ਨਾਂ ਵੀ ਹੈਗੀਆਂ ਨੇ, ਜਿਵੇਂ ਇਹਨਾਂ ਦਾ ਹੈਗਾ ਨਾਗਾਰਜੁਨ ਵਾਲਾ ਦਾ ਹੈਲਨ ਕੈਪਸੂਲ ਹੈ, ਉਹ ਵੀ ਜੜੀਆਂ ਬੂਟੀਆਂ ਦਾ ਐਕਸਟ੍ਰੈਕਟ ਹੈ, ਆਇਲ ਹੈ, ਉਹਨੂੰ ਵਿੱਚ ਉਹਦੇ 'ਚ ਪਾ ਲਈਦਾ। ਜਾਂ ਫਿਰ ਸਾਡੇ ਸੱਭਿਆਚਾਰ ਸੀਗਾ ਕਿ ਜੀਰੇ ਦੀ ਭਾਫ ਲੈ ਲਓ, ਜਵੈਣ ਦੀ ਭਾਫ ਲੈ ਲਓ, ਲੌਂਗ ਦੀ ਭਾਫ ਲੈ ਲਓ। ਇਹਦਾ ਅਲੱਗ-ਅਲੱਗ ਚੀਜ਼ਾਂ ਦੀ ਭਾਫ ਲੈਂਦੇ ਸੀ ਅਸੀਂ। ਅਤੇ ਉਹ ਕਿੱਦਾਂ ਲੈਣੀ ਹੈ ਵੀ ਪਤੀਲੇ 'ਚ, ਛੋਟੀ ਜਿਹੀ ਪਤੀਲੇ 'ਚ ਪਾਣੀ ਵਾਲਿਆ ਅਤੇ ਉਬਲਦਾ ਪਾਣੀ ਰੱਖ ਕੇ ਫਿਰ ਉੱਤੋਂ ਤੁਸੀਂ ਤੌਲੀਆ ਉੱਪਰ ਲੈ ਕੇ ਸਿਰ 'ਤੇ ਤਾਂ ਭਾਫ ਲੈ ਲਓ। ਉਹ 5-7 ਮਿੰਟ ਜਿੰਨਾ ਚਿਰ ਭਾਫ ਆਏਗੀ ਉਨੀ ਬਹੁਤ ਹੈ। ਉਹ ਕੀ ਹੋਏਗਾ, ਉਹ ਭਾਫ ਕੱਲੀ ਗਰਮ ਕਰਕੇ ਓਪਨਿੰਗ ਨਹੀਂ ਖੋਲ੍ਹੇਗੀ, ਉਹਦੇ ਅੰਦਰ ਇੱਕ ਪਾਵਰ ਹੈ ਇਨਫੈਕਸ਼ਨ ਨਾਲ ਲੜਨ ਦੀ, ਕਿ ਉਹਦੇ ਅੰਦਰ ਜਿਹੜੇ ਬੈਕਟੀਰੀਆ ਹੋਣਗੇ, ਵਾਇਰਸਿਸ ਹੋਣਗੇ, ਉਹਨੂੰ ਮਾਰੇਗੀ ਉਹ। ਤਾਂ ਫਿਰ ਤੁਹਾਡਾ ਉਸ ਤੋਂ ਵੀ ਐਫੀਸ਼ੀਐਂਟ ਸਿਸਟਮ ਹੋ ਜਾਏ, ਅੰਦਰ ਫੇਫੜਿਆਂ ਤੱਕ ਜਾਏਗੀ। ਕੱਲਾ ENT ਸਾਫ਼ ਨਹੀਂ ਕਰੇਗੀ, ਤੁਹਾਡੇ ਫੇਫੜੇ ਵੀ, ਪੈਸੇਜ ਵੀ ਸਾਫ਼ ਕਰੇਗੀ। ਔਰ ਤੁਸੀਂ ਪਾਓਗੇ, ਜਦੋਂ ਤੁਸੀਂ ਭਾਫ ਲਾਓਗੇ ਤੁਹਾਨੂੰ ਖਾਂਸੀ ਉੱਠੇਗੀ, ਅਤੇ ਖਾਂਸੀ ਉੱਠ ਕੇ ਪਤਲੀ ਬਲਗਮ ਹੋ ਕੇ ਬਲਗਮ ਨਿਕਲੇਗੀ। ਜਿਹੜੀ ਪਹਿਲਾਂ ਗਾੜੀ ਸੀ, ਸਟਿੱਕੀ ਸੀ। ਹੁਣ ਸਾਡੀ ਬਦਕਿਸਮਤੀ ਇਹ ਹੈ, ਇਹ ਸਾਡੇ ਡਾਕਟਰਾਂ ਨੂੰ ਜਿਹੜੀ ਹੈ ਉਹ ਦੂਜੇ ਸਿਸਟਮ ਨਾਲ ਕੋਈ ਅਟੈਚਮੈਂਟ ਨਹੀਂ ਹੈ। ਸਾਡਾ ਸਿਸਟਮ ਕਹਿੰਦਾ ਕਿ ਬਲਗਮ ਬਾਹਰ ਨਿਕਲਣੀ ਚਾਹੀਦੀ ਹੈ। ਇਹ ਕੀ ਦਵਾਈਆਂ ਦਿੰਦੇ ਆ, ਸੈਟਰੀਜ਼ੀਨ, ਲੀਵੋਸੈਟਰੀਜ਼ੀਨ। ਉਹ ਕੀ ਕਰਦੀ ਹੈ, ਉਹ ਡਰਾਈ ਕਰਦੀ ਉਲਟਾ। ਉਹ ਜੇ ਨਿਕਲਣੀ ਬਾਹਰ ਤਾਂ ਨਾਮ ਵੀ ਨਹੀਂ ਨਿਕਲਦੀ, ਉੱਥੇ ਜੰਮੀ ਰਹਿੰਦੀ ਆ, ਉੱਥੇ ਸੜੀ ਜਾਊਗੀ। ਉਹਦੇ ਨਾਲ ਕੀ ਹੋਊਗਾ, ਸਿੰਪਟਮ ਤਾਂ ਠੀਕ ਹੋ ਗਏ ਤੁਹਾਡੇ, ਤੁਹਾਨੂੰ ਇੱਕ ਵਾਰੀ ਤਾਂ ਲੱਗੂਗਾ ਵੀ ਮੈਂ ਠੀਕ ਠਾਕ ਹੋ ਗਿਆ, ਵੀ ਮੈਨੂੰ ਤਾਂ ਸੂ ਨਹੀਂ ਹੋ ਰਿਹਾ, ਮੈਨੂੰ ਖਾਂਸੀ ਬਲਗਮ ਨਹੀਂ ਆ ਰਹੀ। ਪਰ ਉਹ ਇੱਕ ਧੋਖਾ ਹੈ। ਉਹ ਬਲਗਮ ਨਾ ਆਉਣ ਦੀ ਬਜਾਏ ਉੱਥੇ ਜੰਮ ਗਈ, ਅਤੇ ਜੰਮ ਕੇ ਉੱਥੇ ਹੀ ਸੜੇਗੀ। ਉਹ ਜੋ ਸੜੇਗੀ ਤਾਂ ਹੋਰ ਬਿਮਾਰ ਕਰੇਗੀ ਲੰਬੇ ਸਮੇਂ 'ਚ। ਇੱਕ ਵਾਰੀ ਤੁਹਾਨੂੰ ਖੁਸ਼ ਜ਼ਰੂਰ ਕਰੋਗੇ ਤੁਸੀਂ ਕਿ ਉਹਦਾ ਜੀ ਮੈਨੂੰ ਛਿੱਕਾਂ ਆਉਣ ਹਟ ਗਈਆਂ, ਮੇਰਾ ਨੱਕ ਵਗਣੋਂ ਹਟ ਗਿਆ, ਪਰ ਉਹ ਤਾਂ ਫਿਰ ਗੜਬੜ ਹੋ ਗਈ ਨਾ ਲੰਬੇ ਸਮੇਂ ਤੁਸੀਂ ਤਾਂ ਸਿਖਾਉਣਾ ਨਹੀਂ, ਉਹਨੂੰ ਕੱਢਣਾ ਬਾਹਰ। ਕਿਉਂਕਿ ਸਫਾਈ ਕਰਨੀ ਜਿਹੜੀ ਹੈ ਅੱਜ ਦੇ ਜ਼ਮਾਨੇ 'ਚ ਜਿਹੜੀ ਹੈ ਸਭ ਤੋਂ ਜ਼ਰੂਰੀ ਹੈ। ਕਿਉਂਕਿ ਇੰਨੇ ਅਸੀਂ ਜਿੱਦਾਂ ਦੇ ਮਾਹੌਲ 'ਚ ਰਹਿ ਰਹੇ ਹਾਂ, ਜਿਨ੍ਹਾਂ ਦੇ ਪ੍ਰਦੂਸ਼ਿਤ ਵਾਤਾਵਰਨ 'ਚ ਰਹਿ ਰਹੇ ਹਾਂ, ਸਾਡੀ ਰੋਜ਼ ਜਿਹੜੀ ਸਾਡੀ ਹੈ ਉਹ ਸਾਨੂੰ ਡੀਟੌਕਸੀਫਿਕੇਸ਼ਨ ਹੋਣੀ ਚਾਹੀਦੀ ਹੈ ਅਤੇ ਸ਼ੁੱਧੀਕਰਨ ਹੋਣਾ ਚਾਹੀਦਾ। ਅੱਜ ਦੇ ਮਨੁੱਖ ਨੂੰ ਸ਼ੁੱਧੀਕਰਨ ਦੀ ਅਤੇ ਡੀਟੌਕਸੀਫਿਕੇਸ਼ਨ ਦੀ ਬਹੁਤ ਜ਼ਿਆਦਾ ਲੋੜ ਹੈ। ਕਿਉਂਕਿ ਸਾਡੀ ਹਵਾ ਵੀ ਪਲੀਤ ਹੈ, ਪਾਣੀ ਵੀ ਪਲੀਤ ਹੈ, ਖਾਣਾ ਵੀ ਪਲੀਤ ਹੈ, ਹਰ ਕਿਸਮ ਦਾ ਜਿਹੜਾ ਜ਼ਹਿਰ ਸਾਡੇ ਅੰਦਰ ਜੰਮ ਰਿਹਾ, ਕੈਮੀਕਲਸ ਬਹੁਤ ਜ਼ਿਆਦਾ ਨੇ ਸਾਡੇ ਆਲੇ ਦੁਆਲੇ। ਤਾਂ ਜਿਹੜਾ ਇਹ ਡੀਟੌਕਸੀਫਿਕੇਸ਼ਨ ਦਾ ਤਰੀਕਾ ਹੈ ਕਿ ਤੁਸੀਂ ਭਾਫ ਲਓ, ਗਰਾਰੇ ਕਰੋ, ਅਤੇ ਉਹਦੇ ਨਾਲ ਕੀ ਹੋਊਗਾ, ਉਹ ਪਤਲੀ ਹੋ ਕੇ ਸਾਰੀ ਬਾਹਰ ਨੂੰ ਆਏਗੀ, ਅੰਦਰ ਨਹੀਂ ਜਾਏਗੀ। ਤਾਂ ਇਹ ਜਿਹੜਾ ਵਰਤਾਰਾ ਹੈ ਬਿਲਕੁਲ ਯੋਗਾ ਦੀ ਜਿਹੜੀ ਨੀਤੀ ਹੈ ਬਹੁਤ ਪਿਆਰੀ ਚੀਜ਼ ਹੈ। ਉਹ ਨੀਤੀ ਹੈ ਜਿਹੜਾ ਜਲ ਨੀਤੀ ਇਸੇ ਕੰਮ ਲਈ ਹੈ। ਅਤੇ ਉਸ ਤੋਂ ਬਾਅਦ ਸੂਤਰ ਨੀਤੀ ਥੋੜ੍ਹੀ ਔਖੀ ਹੈ, ਉਹਦਾ ਬਦਲ ਜਿਹੜਾ ਯੋਗਾ ਵਾਲੇ ਨੇ ਕੱਢਿਆ ਉਹ ਰਬੜ ਨੀਤੀ ਕਰਦੇ। ਫਿਰ ਰਬੜ ਨੀਤੀ, ਜਲ ਨੀਤੀ, ਰਬੜ ਨੀਤੀ ਅਤੇ ਸੂਤਰ ਨੀਤੀ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਸੂਤਰ ਨੀਤੀ ਬਹੁਤ ਸਟਰੋਂਗ ਹੁੰਦੀ ਹੈ, ਬਲੀਡਿੰਗ ਵੀ ਹੋ ਜਾਂਦੀ ਹੈ ਉਹ, ਅਤੇ ਉਹਦੀ ਬਜਾਏ ਰਬੜ ਦਾ ਕੈਥੇਟਰ ਆਉਂਦਾ, ਰਬੜ ਦੇ ਕੈਥੇਟਰ ਨਾਲ ਕਰ ਸਕਦੇ ਆਪਾਂ। ਉਹਨੂੰ ਰਬੜ ਨੀਤੀ ਕਹਿੰਦੇ ਆ। ਉਹ ਨੀਤੀ ਬਹੁਤ ਵਧੀਆ ਚੀਜ਼ ਹੈ। ਜਿਹੜਾ ਬੰਦਾ ਸਿੱਖ ਗਿਆ, ਜਿਹਦੀ ENT ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਜਦੋਂ ਪਹਿਲੀ ਵਾਰੀ ਯੋਗਾ ਵੱਲ ਅਟਰੈਕਟ ਹੋਇਆ ਤਾਂ ਇੱਥੋਂ ਹੋਇਆ ਕਿ ਜਦੋਂ ਮੇਰਾ ENT ਸਿਸਟਮ ਖਰਾਬ ਰਹਿੰਦਾ ਸੀ, ਕੋਈ ਟੌਂਸਲ ਮੇਰੇ ਕੱਢਦੇ ਸੀਗੇ, ਤਾਂ ਮੈਨੂੰ ਅਕਸਰ ਫਿਰ ਵੀ ਜ਼ੁਕਾਮ ਰਹੀ ਜਾਂਦਾ ਹੁੰਦਾ ਸੀਗਾ। ਅਤੇ ਮੈਂ ਜੋ ਡਾਕਟਰ ਕੋਲ ਇੱਕ ਦਿਨ ਗਿਆ ਤਾਂ ਮੈਨੂੰ ਡਾਕਟਰ ਕਹਿੰਦਾ, ਮੇਰਾ ਦੋਸਤ ਹੀ ਸੀਗਾ, ਮੈਂ ਕਿਹਾ ਯਾਰ ਕੀ ਹਾਲ ਹੈ ਤੇਰੇ ਕੋਲ, ਮੇਰੀ ਖਾਂਸੀ ਨਹੀਂ ਹਟ ਰਹੀ। ਕਹਿੰਦਾ ਤੂੰ ਸਟੀਰੋਇਡ ਖਾ ਲੈ, ਹੋਰ ਕੋਈ ਹੱਲ ਨਹੀਂ ਇਹਦਾ। ਮੈਂ ਉਹਨੂੰ ਤਾਂ ਕਹਿ ਕੇ ਆ ਗਿਆ ਚੰਗਾ ਲਿਖ ਦੇ। ਮੈਂ ਬਾਹਰ ਆਉਂਦੇ ਮਤਲਬ ਮਨ 'ਚ ਬਣਾਇਆ ਵੀ ਸਟੀਰੋਇਡ ਨਹੀਂ ਖਾਣੇ, ਸਟੀਰੋਇਡ ਮੈਂ ਇੱਕ ਵਾਰੀ ਖਾ ਲਏ ਤਾਂ ਸਾਰੀ ਜ਼ਿੰਦਗੀ ਦਾ ਸਿਆਪਾ ਗਲ ਪਾ ਲਿਆ, ਫਿਰ ਤਾਂ ਬਿਮਾਰ ਹੀ ਰਹੂੰਗਾ। ਫਿਰ ਮੈਂ ਬਾਹਰ ਆ ਕੇ ਸੋਚਿਆ ਵੀ ਯੋਗਾ ਸੁਣਿਆ ਤਾਂ ਹੋਇਆ ਸੀਗਾ, ਸਭ ਕੁਝ ਪਤਾ ਸੀਗਾ, ਲੇਕਿਨ ਪ੍ਰੈਕਟਿਸ ਨਹੀਂ ਕਰਦੇ ਹੁੰਦੇ। ਫਿਰ ਮੈਂ ਵੀ ਹੁਣ ਯੋਗਾ ਨੂੰ ਜ਼ਿੰਦਗੀ 'ਚ ਅਡੋਪਟ ਕਰਨਾ ਪੈਣਾ, ਇਹਦੇ ਬਿਨਾਂ ਕੋਈ ਚਾਰਾ ਨਹੀਂ ਹੈ। ਫਿਰ ਮੈਂ ਯੋਗਾ ਅਡੋਪਟ ਕੀਤਾ, ਫਿਰ ਮੈਂ ਯੋਗਾ ਦਾ ਟੀਚਰ ਵੀ ਰਿਹਾ। ਯੋਗਾ ਮੈਂ ਯੋਗਾ ਨਾਲ ਜੁੜੇ ਨੂੰ ਮੈਨੂੰ ਹੋ ਗਏ ਘੱਟੋ ਘੱਟ ਵੀ 30 ਸਾਲ। ਤਾਂ 30 ਸਾਲ ਤੋਂ ਫਿਰ ਮੈਂ ਯੋਗਾ ਉਹਦਾ ਯੋਗਾ ਸਿੱਖਿਆ, ਨੀਤੀ ਸਿੱਖੀ ਮੈਂ, ਔਰ ਨੀਤੀ ਨਾਲ ਮੇਰਾ ਵੰਡਰਫੁਲ ਰਿਸਪੌਂਸ ਹੋਇਆ ਕਿ ਬਿਲਕੁਲ ਇੱਕਦਮ ਹੈਲਦੀ ਰਹਿਣ ਲੱਗ ਗਿਆ। ਮੇਰੀ ਸਾਰੀ ਖਾਂਸੀ ਜ਼ੁਕਾਮ ਸਭ ਉੜ ਗਏ। ਤਾਂ ਨੀਤੀ ਇੱਕ ਬਹੁਤ ਵੰਡਰਫੁਲ ਚੀਜ਼ ਹੈ, ਔਰ ਐਡੀ ਕੋਈ ਔਖੀ ਨਹੀਂ ਹੈ।
ਬੜੀ ਸੌਖੀ ਸਿੱਖੀ ਜਾ ਸਕਦੀ ਹੈ, ਸਿਖਾਈ ਜਾ ਸਕਦੀ ਹੈ। ਸੋ ਨੀਤੀ ਜਿਹੜੀ ਜਲ ਨੀਤੀ ਦਾ ਰਬੜ ਨੀਤੀ ਹੈ, ਬਹੁਤ ਵੰਡਰਫੁਲ ਟੂਲਸ ਨੇ ਸਫਾਈ ਕਰਨ ਦੇ। ਉਸ ਤੋਂ ਇਲਾਵਾ ਜਿਹੜੇ ਨਿਸਵਾਰ ਤੁਸੀਂ ਗੱਲ ਕੀਤੀ, ਆਪਾਂ ਨੇ ਨਿਸਵਾਰ ਦੀ ਸੁੰਡ ਦੀ ਨਿਸਵਾਰ ਔਰ ਕਨੇਰ ਦੀ ਨਿਸਵਾਰ ਰਹੀ ਜਾ ਸਕਦੀ ਹੈ। ਨਿਸਵਾਰ ਆਪਣੇ ਆਪ 'ਚ ਬਹੁਤ ਵਧੀਆ ਚੀਜ਼ ਹੈ। ਨਿਸਵਾਰ ਕੀ ਕਰਦੀ ਹੈ ਕਿ ਤੁਹਾਨੂੰ ਛਿੱਕਾਂ ਆਉਣਗੀਆਂ ਬੋਲਿਆਂ ਨੂੰ, 10-15 ਛਿੱਕਾਂ ਆਉਣਗੀਆਂ, ਜਾਂ ਪਾਣੀ ਜਿਹਾ ਬਣੇਗਾ, ਜੋ ਫਿਰ ਉਹ ਜੋ ਅੰਦਰ ਜੰਮਿਆ ਹੋਇਆ ਉਹ ਨਿਕਲ ਜਾਏਗਾ, ਤੁਹਾਡੇ ਅੰਦਰ ਨਿਕਲ ਜਾਏਗਾ। ਸੋ ਇਸ ਕਿਸਮ ਦਾ ਜਿਹੜਾ ਵਰਤਾਰਾ ਸਾਨੂੰ ਰੱਖਣਾ ਚਾਹੀਦਾ ਹੈ। ਕਿ ਦੂਜੀ ਗੱਲ ਐਕਸਰਸਾਈਜ਼, ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ, ਦੌੜਦੇ ਹਾਂ, ਤਾਂ ਸਾਰਾ ਸਿਸਟਮ ਜਿਹੜਾ ਐਂ ਕਰਦਾ ਨਾ, ਹਿੱਲਦਾ। ਜਦੋਂ ਹਿੱਲਦਾ ਤਾਂ ਫਿਰ ਉਹ ਜਿਹੜਾ ਜੰਮਿਆ ਹੁੰਦਾ ਉਹ ਸ਼ੇਕ ਹੋ ਜਾਂਦਾ, ਨਾਲੇ ਗਰਮ ਹੋ ਜਾਂਦਾ, ਬਾਡੀ ਗਰਮ ਹੁੰਦੀ ਹੈ, ਬਾਡੀ ਪਾਣੀ ਉਹਨੂੰ ਲਿਕੁਇਫਾਈ ਕਰਦੀ ਹੈ। ਔਰ ਹਿੱਲਣ ਨਾਲ ਉਹ ਜਿਵੇਂ ਕਹਿੰਦਾ ਜਿਹੜਾ ਚਿੱਕੜ ਜੰਮਿਆ ਹੋਵੇ, ਜਦੋਂ ਉਹ ਪਾਣੀ ਹਿੱਲਦਾ ਜ਼ੋਰ ਦੀ, ਤਾਂ ਚਿੱਕੜ ਜਿਹੜਾ ਪਾਣੀ 'ਚ ਆ ਗਿਆ, ਤੇ ਪਾਣੀ 'ਚ ਆ ਕੇ ਫਿਰ ਸਾਫ਼ ਹੋ ਗਿਆ। ਜਿਹੜਾ ਚਿੱਕੜ ਥੱਲੇ ਜੰਮ ਰਿਹਾ ਸੀਗਾ, ਥੱਲੇ ਬਲਗਮ ਜੰਮ ਰਹੀ ਸੀ, ਬਹੁਤ ਸਖਤ ਹੋ ਗਈ ਸੀਗੀ, ਜਦੋਂ ਤੁਸੀਂ ਦੌੜੋਗੇ, ਭੱਜੋਗੇ, ਖੇਡੋਗੇ, ਪਸੀਨਾ ਆਏਗਾ, ਤਾਂ ਉਹ ਸਾਰਾ ਜਿਹੜਾ ਸਿਸਟਮ ਹੈ, ਸਾਰਾ ਉਹ ਤੁਹਾਡੀ ਬਾਡੀ ਪੂਰੀ ਹੋਏਗੀ, ਤੁਹਾਡੀ ਇਮਿਊਨਿਟੀ ਵਧੀਆ ਹੋਏਗੀ, ਇਨਫੈਕਸ਼ਨ ਤੋਂ ਰੋਕੋਗੇ, ਤਾਂ ਉਹ ਸਾਰਾ ਦਾ ਹਰਾ। ਤਾਂ ਮੈਂ ਆਪਣੀ ਜ਼ਿੰਦਗੀ 'ਚ ਕੁਲਵੰਤ ਜੀ, ਮੇਰਾ ਰਿਕਾਰਡ ਹੈ ਕਿ ਮੇਰੇ ਕੋਲ ENT ਦਾ ਕੋਈ ਮਰੀਜ਼ ਆਇਆ, ਖਾਸ ਕਰਕੇ ਟੌਂਸਲਸ ਵਾਲਾ ਬੱਚਾ, ਮੈਂ ਆਪਣੀ ਜ਼ਿੰਦਗੀ 'ਚ ਟੌਂਸਲ ਦਾ ਆਪਰੇਸ਼ਨ ਨਹੀਂ ਹੋਣ ਦਿੱਤਾ ਕਿਸੇ ਦਾ। ਮੇਰਾ ਘੱਟੋ ਘੱਟ ਲਾ ਲਓ ਹਿਸਾਬ ਵੀ, ਮੈਂ 30 ਤੇ ਲਗਭਗ 50 ਸਾਲ ਹੋ ਚੱਲੇ ਆ। ਮੇਰੀ ਜ਼ਿੰਦਗੀ 'ਚ ਹਜ਼ਾਰਾਂ ਬੱਚੇ ਆਏ, ਹਜ਼ਾਰਾਂ ਬੱਚੇ ਬਹੁਤ ਔਖੇ ਆਏ, ਜਿਨ੍ਹਾਂ ਦੇ ਟੌਂਸਲ ਐਡੇ ਸੀਗੇ, ਤੇ ਸਾਹ ਲੈਣਾ ਵੀ ਉਹਨਾਂ ਨੂੰ ਔਖਾ ਹੋ ਰਿਹਾ ਸੀਗਾ। ਪਰ ਮੈਂ ਪੇਰੈਂਟਸ ਨੂੰ ਕਿਹਾ ਵੀ ਆਪਰੇਸ਼ਨ ਨਹੀਂ ਕਰਾਉਣਾ, ਆਪਾਂ ਨੇ ਸਰਜਰੀ ਨਹੀਂ ਕਰਵਾਉਣੀ, ਇਸ ਬੱਚੇ ਦੀ ਸਰਜਰੀ ਕਰਾਵਾਂਗੇ ਤੇ ਪਾਪ ਹੈ। ਸਾਡੇ ਕੁਦਰਤ ਨੇ ਸਾਡੇ ਗੇਟਵੇ ਤੇ 2 ਜਰਨੈਲ ਖੜੇ ਕੀਤੇ ਆ, ਜਿਹੜੇ ਸਾਨੂੰ ਬਚਾਉਂਦੇ ਆ। ਫੌਜ ਤਾਂ ਬਾਕੀ ਛੋਟੇ ਨੇ, ਇਹ ਜਰਨੈਲ ਨੇ ਜਿਹੜੇ ਸਾਡੇ ਸਾਰੇ ਸਿਸਟਮ ਨੂੰ ਆਰਡਰ ਕਰਦੇ ਆ ਕਿ ਤੁਸੀਂ ਕੀ ਕਰੋ। ਤਾਂ ਉਹਨਾਂ ਨੂੰ ਕੱਢਣਾ ਨਹੀਂ ਹੈ। ਜਰਨੈਲ ਕੱਢਤੇ ਤਾਂ ਸਮਝੋ ਤੁਸੀਂ ਆਪਣੀ ਫੌਜ ਜਿਹੜੀ ਆ ਉਹ ਕੰਡਮ ਕਰਤੀ। ਤਾਂ ਉਹ ਕੀ ਸੀ ਕਿ ਠੀਕ ਹੋ ਜਾਂਦੇ ਸੀਗੇ। ਕੋਈ ਨਾ ਕੋਈ ਮੇਰੀ ਬਹੁਤ ਦੋਸਤੀ ਹੋਈ ਹੋਮੋਪੈਥੀ ਵਾਲਿਆਂ ਨਾਲ। ਜਦੋਂ ਮੈਨੂੰ ਕੋਈ ਲੱਗਦਾ ਸੀ ਵੀ ਮੈਥੋਂ ਨਹੀਂ ਠੀਕ ਹੋ ਰਿਹਾ, ਫਿਰ ਮੈਂ ਹੋਮੋਪੈਥੀ ਵਾਲਿਆਂ ਕੋਲ ਲੈ ਜਾਂਦਾ ਸੀਗਾ। ਬਹੁਤ ਦੋਸਤੀ ਹੋਈ ਮੇਰੀ ਆਯੁਰਵੈਦਿਕ ਵਾਲਿਆਂ ਨਾਲ, ਆਯੁਰਵੈਦਿਕ ਵਾਲਿਆਂ ਲੈ ਜਾਂਦਾ ਸੀ ਖੁਦ। ਫਿਰ ਹੌਲੀ ਮੈਨੂੰ ਆਪ ਵੀ ਸਮਝ ਆਉਣ ਲੱਗ ਗਈ। ਤਾਂ ਫਿਰ ਮੇਰੀ ਜ਼ਿੰਦਗੀ 'ਚ ਰਿਕਾਰਡ ਹੈ ਕਿ ਮੇਰਾ ਕੋਈ ਸਾਇਨਸ ਦਾ ਪੇਸ਼ੈਂਟ ਕਿਤੇ ਨਹੀਂ ਕਦੀ ਠੀਕ ਅੜਿਆ ਨਹੀਂ, ਕਦੀ ਟੌਂਸਲ ਵਾਲਾ ਪੇਸ਼ੈਂਟ ਨਹੀਂ ਅੜਿਆ, ਕਦੀ ENT ਵਾਲਾ ਕੋਈ ਪੇਸ਼ੈਂਟ ਨਹੀਂ ਅੜਿਆ ਕਦੀ ਵੀ। ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ। ਤਾਂ ENT ਜਿਹੜਾ ਮੈਨੂੰ ਕਿਉਂਕਿ ਸ਼ੁਰੂ ਤੋਂ ਸ਼ੌਕ ਸੀਗਾ ENT ਦਾ, ਤਾਂ ਮੈਂ ਕਦੀ ਵੀ ENT ਦੇ ਪੇਸ਼ੈਂਟ ਨੂੰ ENT ਕੋਲ ਰੈਫਰ, ਬੜਾ ਹੀ ਰੇਅਰ ਬਿਮਾਰੀ ਦਾ ਹੋਊਗਾ ਜ਼ਿੰਦਗੀ 'ਚ ਕੋਈ ਚੰਦ ਪੇਸ਼ੈਂਟ ਰੈਫਰ ਕੀਤੇ ਹੋਣੇ ENT ਵਾਲੇ ਕੋਲੇ, ਨਹੀਂ ਮੈਂ ਸਾਰੇ ਆਪ ਹੀ ਠੀਕ ਕਰ ਲੈਂਦਾ ਹੁੰਦਾ ਸੀ। ਡਾਕਟਰ ਸਾਹਿਬ, ਤੁਸੀਂ ਇਹ ਦੱਸਿਆ ਵੀ ਸਾਇਨਸਿਸ ਜਿਹੜੇ ਨੇ ਉਹ ਬੰਦ ਹੋ ਜਾਂਦੇ ਨੇ, ਅਤੇ ਇਹ ਸਾਇਨਸਿਸ ਜਿਹੜੇ ਬੰਦੇ ਦੇ ਬੰਦ ਹੋ ਜਾਣਗੇ, ਉਹਦੇ ਨਾਲ ਤਾਂ ਚਲੋ ਅੰਦਰ ਰੇਸ਼ਾ ਅੰਦਰ ਜੰਮ ਹੀ ਜਾਂਦਾ। ਨੱਕ ਦੇ ਅੰਦਰ ਮਾਸ ਵਧਣ ਦੀ ਵੀ ਜਿਹੜੀ ਅਕਸਰ ਮੈਂ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੈਗਾ ਵੀ ਨੱਕ ਦੇ ਅੰਦਰ ਮਾਸ ਵੱਧ ਗਿਆ ਜੀ, ਉਹਦੇ ਕਰਕੇ ਜਿਹੜੀਆਂ ਸਾਨੂੰ ਛਿੱਕਾਂ ਨਹੀਂ ਹਟਦੀਆਂ, ਉਹਦੇ ਕਰਕੇ ਸਾਨੂੰ ਜ਼ੁਕਾਮ ਨਹੀਂ ਹੁੰਦਾ। ਕੀ ਇਸ ਤਰ੍ਹਾਂ ਦਾ ਵੀ ਕੋਈ ਵਰਤਾਰਾ ਹੁੰਦਾ? ਤੁਸੀਂ ਹੱਡੀ ਦੀ ਗੱਲ ਤਾਂ ਤੁਸੀਂ ਕਰ ਦਿੱਤੀ ਵੀ ਹੱਡੀ ਜਿਹੜੀ ਆ ਉਹ ਬੜਾ ਨਖਿੱਧ ਜੀ ਗੱਲ ਹੈ ਵੀ ਹੱਡੀ ਜਿਹੜੀ ਕੋਈ ਬੰਦੇ ਬਿੰਗੀ ਨਹੀਂ ਹੁੰਦੀ, ਇਹ ਸਾਰਿਆਂ ਦੀ ਹੁੰਦਾ। ਪਰ ਕੀ ਨੱਕ ਦੇ ਅੰਦਰ ਮਾਸ ਵਧਣ ਦੇ ਵੀ ਜਿਹੜੇ ਉਹਦੇ ਇੱਕ ਕਾਰਨ ਹੁੰਦੇ ਨੇ ਵੀ ਆਪਾਂ ਛਿੱਕਾਂ ਹੀ ਲੱਗ ਜਾਂਦੀਆਂ? ਉਹਨੂੰ ਪੋਲਿਪ ਕਹਿੰਦੇ। ਪੋਲਿਪ ਹੁੰਦਾ ਪਾਣੀ ਦੀ ਭਰੀ ਹੋਈ ਗੱਠ। ਪਾਣੀ ਦੀ ਭਰੀ ਹੋਈ ਗੱਠ ਬਣ ਜਾਂਦੀ ਹੈ। ਇਹ ਐਲਰਜੀ ਕਰਕੇ ਵੀ ਬਣਦੀ ਹੈ। ਔਰ ਜਿਹੜੇ ਲੋਕ ਜਿਹੜੇ ਸਾਇਨਸਿਸ ਨੂੰ ਪ੍ਰੋਪਰਲੀ ਟਰੀਟ ਨਹੀਂ ਕਰਦੇ, ਉੱਥੇ ਫਿਰ ਉਹ ਜਦੋਂ ਥੈਲੀ ਜੀ ਬਣ ਜਾਂਦੀ ਹੈ ਪਾਣੀ ਦੀ ਭਰੀ ਹੋਈ, ਤਾਂ ਉੱਥੇ ਫਿਰ ਉਹ ਕਰਨ ਲੱਗ ਜਾਂਦੀ ਹੈ। ਔਰ ਉਹਦਾ ਵੀ ਆਪਰੇਸ਼ਨ ਕਰਦੇ ਆ ਸਹਿਜ, ਇਹ ਵਾਲੇ ਪੋਲੀਪੈਕਟਮੀ ਕਹਿੰਦੇ ਉਹਨੂੰ। ਔਰ ਪੋਲਿਪ ਇਹ ਜਦੋਂ ਪੋਲੀਪੈਕਟਮੀ ਕਰ ਦਿੰਦੇ ਆ, ਤੇ ਚੌਥੇ ਕੁ ਮਹੀਨੇ, 5ਵੇਂ 6ਵੇਂ ਮਹੀਨੇ ਫਿਰ ਪਨੀਰ ਖੜਨ ਦਾ ਮੈਨੂੰ ਤਾਂ ਦੁਬਾਰਾ ਹੋ ਗਿਆ ਜੀ। ਅੱਛਾ। ਉਹ ਕਿਉਂਕਿ ਉਹਦੀ ਜੜ ਜੀ ਰਹਿ ਜਾਂਦੀ ਪਿੱਛੇ, ਉਹ ਫਿਰ ਭਰ ਜਾਂਦਾ ਪਾਣੀ। ਤਾਂ ਪੋਲੀਪੈਕਟਮੀ ਦੀ ਵੀ ਬਹੁਤ ਹੀ ਕਾਮਯਾਬ ਨਹੀਂ ਹੈ। ਤਾਂ ਇਸ ਕਰਕੇ ਇਹ ਜਿਹੜਾ ਇਹ ਪੋਲਿਪ ਦਾ ਵੀ ਜੋ ਆਪਾਂ ਹੱਲ ਬੋਲੇ ਆ, ਇਹ ਪੋਲਿਪ 'ਤੇ ਵੀ ਲਾਗੂ ਹੁੰਦੇ ਆ। ਥੋੜ੍ਹਾ ਜਿਹਾ ਔਖਾ ਹੁੰਦਾ, ਸਖਤੀ ਨਾਲ ਲਾਗੂ ਕਰਨੇ ਪੈਂਦੇ ਆ। ਇਹ ਸ਼ਰਿੰਕ ਕਰ ਜਾਂਦੇ ਆ ਆਪਣੇ ਆਪ ਫੁੱਟ ਜਾਂਦੇ ਆ, ਔਰ ਆਪਣੇ ਆਪ ਠੀਕ ਹੋ ਜਾਂਦੇ ਆ। ਉਹਦੇ ਲਈ ਥੋੜ੍ਹੀ ਜਿਹੀ ਤਰੱਦਤ ਜ਼ਿਆਦਾ ਕਰਨੀ ਪੈਂਦੀ ਹੈ, ਕੋਈ ਥੋੜ੍ਹੀ ਬਹੁਤੀ ਦਵਾਈ ਦੀ ਹੈਲਪ ਵੀ ਲੈਣੀ ਪੈਂਦੀ ਹੈ ਤਾਂ ਕਿ ਇਨਫੈਕਸ਼ਨ ਨਾ ਰਹੇ। ਅਤੇ ਉਹ ਮੈਂ ਕਦੀ ਪੋਲਿਪ ਵਾਲੇ ਨੂੰ ਕਦੀ ਨਹੀਂ ਭੇਜਿਆ ENT ਵਾਲਾ ਕੋਲ, ਨਾ ਮੈਨੂੰ ਸਰਜਰੀ ਕਰਨ ਦੀ ਕੋਈ ਲੋੜ ਪਈ ਹੈ। ਸੋ ਪੋਲਿਪ ਵਾਲੇ ਪੇਸ਼ੈਂਟ ਵੀ ਮੋਸਟਲੀ ਜਿਹੜੇ ਨੇ ਉਹ ਇਹਨਾਂ ਤਰੀਕਿਆਂ ਨਾਲ, ਪਲੱਸ ਥੋੜ੍ਹੀ ਬਹੁਤੀ ਦੇਸੀ ਦਵਾਈ ਨਾਲ ਜਾਂ ਥੋੜ੍ਹਾ ਬਹੁਤਾ ਐਂਟੀਬਾਇਓਟਿਕਸ ਦਾ ਹੈਲਪ ਵੀ ਲੈ ਲੈਂਦੇ। ਕਈ ਵਾਰੀ ਅਗਰ ਇਨਫੈਕਸ਼ਨ ਬਹੁਤ ਜ਼ਿਆਦਾ ਹੋਵੇ ਤਾਂ ਕਈ ਵਾਰੀ ਸ਼ਾਰਟ ਕੋਰਸ ਆਫ ਐਂਟੀਬਾਇਓਟਿਕਸ ਦੀ ਵੀ ਹੈਲਪ ਲੈ ਲਈਦੀ ਹੈ। ਲੇਕਿਨ ਆਪਰੇਸ਼ਨ ਸਰਜਰੀ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਪੋਲਿਪ ਵਾਲਿਆਂ ਨੂੰ। ਡਾਕਟਰ ਸਾਹਿਬ, ਤੁਸੀਂ ਇਹ ਦੱਸਿਆ ਕਿ ਹਰ ਤਰੀਕੇ ਨੂੰ ਆਪਾਂ ਜਿਹੜਾ ਆਪਣੇ ਨਿੱਜੀ ਆਪਣੀ ਸਮਝ ਦੇ ਨਾਲ, ਆਪਣੇ ਪੁਰਾਣੇ ਪੱਧਤੀਆਂ ਦੇ ਅਨੁਸਾਰ, ਦਾਦੀ ਨਾਨੀ ਦੇ ਨੁਕਸਾਂ ਦੇ ਅਨੁਸਾਰ ਜਿਹੜਾ ਅਸੀਂ ਉਸਨੂੰ ਠੀਕ ਕਰ ਸਕਦੇ ਹਾਂ।
ਤੇ ਜਦੋਂ ਮੰਨ ਲਓ ਕਿ ਇਹ ਸਾਰੇ ਨੁਸਖੇ ਆਪਾਂ ਨੇ ਅਜਮਾ ਲਏ, ਆਪਾਂ ਨੂੰ ਫਿਰ ਵੀ ਅਸਰ ਨਹੀਂ ਹੋ ਪਾ ਰਿਹਾ, ਤੁਸੀਂ ਦੱਸਿਆ ਵੀ ਐਂਟੀਬਾਇਓਟਿਕ ਦੀ ਵੀ ਅਸੀਂ ਲੋੜ ਜਦੋਂ ਪੈਣ ਦੇ ਉੱਤੇ ਇਹਨਾਂ ਨੂੰ ਯੂਜ਼ ਕਰ ਲੈਂਦੇ ਹਾਂ। ਜਿਹੜਾ ਬੰਦਾ ਇੱਕ ਗੱਲ ਦੇ ਉੱਤੇ ਅੜ ਗਿਆ ਵੀ ਮੈਂ ਤਾਂ ਐਂਟੀਬਾਇਓਟਿਕ ਵੀ ਨਹੀਂ ਲੈਣੀ, ਮੈਂ ਤਾਂ ਤੰਗ ਪੈ ਚੁੱਕਾ, ਮੈਂ ਤਾਂ ਸਾਰੀਆਂ ਦਵਾਈਆਂ ਦੇ ਉੱਤੋਂ ਐਂਟੀਬਾਇਓਟਿਕ ਤਾਂ ਹੁਣ ਮੈਂ ਲੈਣੀ ਹੀ ਨਹੀਂ, ਉਹਦੇ ਲਈ ਕੋਈ ਦੇਸੀ ਇਲਾਜ ਹੈਗੇ ਨੇ ਇਸ ਚੀਜ਼ ਦੇ? ਹਾਂ ਬਿਲਕੁਲ, ਐਂਟੀਬਾਇਓਟਿਕ ਹਰਬਲ ਐਂਟੀਬਾਇਓਟਿਕ ਬਹੁਤ ਅੱਛੇ ਨੇ। ਹਰਬਲ ਐਂਟੀਬਾਇਓਟਿਕ ਕਹਿ ਲਓ ਆਪਾਂ, ਪਰ ਐਕਚੁਅਲੀ ਹਰਬਲ ਇਮਿਊਨਿਟੀ ਬੂਸਟਰ ਨੇ। ਕੋਈ ਤੁਹਾਡੇ ਜੋ ਇੱਕ ਤਾਂ ਗਲੋ ਹੈ, ਬਹੁਤ ਵੰਡਰਫੁਲ ਇਮਿਊਨਿਟੀ ਬੂਸਟਰ ਹੈ, ਨਿੰਮ ਹੈ, ਤੁਲਸੀ ਹੈ, ਤਿੰਨ ਤਾਂ ਸਾਡੇ ਟ੍ਰੈਡੀਸ਼ਨਲ ਨੇ, ਗਲੋ, ਨਿੰਮ, ਤੁਲਸੀ। ਔਰ ਚੌਥਾ ਜਿਹੜੀਆਂ ਹਿਮਾਲਿਆ ਦੀਆਂ ਗੋਲੀਆਂ ਨੇ, ਮੈਂ ਤਾਂ ਉਹਨੂੰ ਜ਼ਿਆਦਾ ਪ੍ਰੈਕਟਿਸ ਉਹਨੂੰ ਯੂਜ਼ ਕਰਦਾ ਰਿਹਾ ਕਿਉਂਕਿ ਈਜ਼ੀਲੀ ਅਵੇਲੇਬਲ ਹੁੰਦੀਆਂ ਨੇ। ਉਹ ਸੈਪਟਲੀਨ ਟੈਬਲੇਟ ਨੇ, ਸੈਪਟਲੀਨ ਬਹੁਤ ਗੋਲੀਆਂ ਨੇ, ਸਿਰਪ ਵੀ ਹੈਗਾ। ਤਾਂ ਉਹ ਬੱਚੇ ਬਹੁਤ ਹੀ ਵੰਡਰਫੁਲ ਰਿਸਪੌਂਸ ਹੈ ਉਹਦਾ ENT ਦੇ ਵਿੱਚ। ਤੇ ਥੋੜੀ ਬਹੁਤੀ ਹਰਬਲ ਦਵਾਈ ਦੀ ਹੈਲਪ ਲੈ ਲਈਦੀ ਹੈ, ਕੋਈ ਦਿੱਕਤ ਨਹੀਂ ਹੈ। ਬਾਕੀ ਨੇਜ਼ਲ ਡ੍ਰੌਪਸ ਦੀ ਹੈਲਪ ਲਈਦੀ ਹੈ। ਨੇਜ਼ਲ ਡ੍ਰੌਪਸ ਜਿਹੜੇ ਨੇ, ਸੇਲਾਈਨ ਨੇਜ਼ਲ ਡ੍ਰੌਪਸ ਪਾ ਲਓ। ਔਰ ਨੱਕ ਦੇ ਅੰਦਰ ਉਹ ਪਾਉਣਾ, ਕੀ ਪਾਉਣਾ, ਬਦਾਮ ਦਾ ਤੇਲ ਜਾਂ ਦੇਸੀ ਘੀ ਗਾਂ ਦਾ, ਉਹ ਤਾਂ ਬਹੁਤ ਵਧੀਆ। ਦੇਸੀ ਗਾਂ ਦਾ ਦੇਸੀ ਘੀ ਪੂਰਾ ਡਬਲ ਬਣਾਇਆ ਹੋਇਆ, ਯਾਨੀ ਕਿ ਉਹ ਕੱਚਾਪਣ ਨਾ ਹੋਵੇ। ਉਹ ਕੱਚਾਪਣ ਹੋਏਗਾ ਤਾਂ ਫਿਰ ਉੱਥੇ ਵੀ ਫਿਰ ਫੰਗਸ ਗਰੋ ਕਰਨ ਦੀ ਜਾਂ ਬੈਕਟੀਰੀਆ ਗਰੋ ਕਰਨ ਦੀ ਸੰਭਾਵਨਾ ਹੈ। ਜਿਹੜਾ ਨੱਕ 'ਚ ਤੇਲ ਪਾਉਣਾ ਹੈ, ਉਹਦੇ 'ਚ ਇਹ ਗੱਲ ਸ਼ੋਰ ਕਰਨੀ ਹੈ ਆਪਾਂ ਨੇ ਵੀ ਉਹ ਕਚਿਆਨ ਤੇ ਨਾ ਰਹੇ। ਉਹਨੂੰ ਡਬਲ ਟ੍ਰਿਪਲ ਵਾਰੀ ਸਲੋ ਅੱਗ ਤੇ ਗਰਮ ਕਰਕੇ ਫਿਰ ਉਹਨੂੰ ਬਣਾਉਣਾ ਹੈ। ਵਰਜਿਨ ਕੋਕੋਨਟ ਆਇਲ ਵੀ ਪਾ ਸਕਦੇ? ਬਿਲਕੁਲ, ਵਰਜਿਨ ਕੋਕੋਨਟ ਆਇਲ ਵੀ ਪਾ ਸਕਦੇ, ਕੋਕੋਨਟ ਆਇਲ ਦੀ ਕੋਈ ਦਿੱਕਤ ਨਹੀਂ। ਸਰੋਂ ਦਾ ਤੇਲ ਵੀ ਪਾ ਸਕਦੇ ਆ। ਔਰ ਆਮ ਤੌਰ ਤੇ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਸਰੋਂ ਦਾ ਤੇਲ, ਉਹ ਥੋੜਾ ਲੜਦਾ। ਉਹ ਜੇ ਆਪਾਂ ਕੁਛ ਅਸੀਂ ਸਾਨੂੰ ਪੰਜਾਬੀਆਂ ਨੂੰ ਸਰੋਂ ਦਾ ਤੇਲ ਦਾ ਟੇਸਟ ਬਹੁਤਾ ਪਸੰਦ ਨਹੀਂ, ਅਸੀਂ ਉਹਨੂੰ ਸਾੜ ਸੂੜ ਕੇ ਫਿਰ ਵਰਤਦੇ ਹਾਂ। ਬੰਗਾਲੀ ਰਹੇ ਨੇ, ਉਹ ਸਰੋਂ ਦਾ ਤੇਲ, ਉਹਨੂੰ ਸਰੋਂ ਦਾ ਤੇਲ ਦੀ ਸਮੈਲ ਔਰ ਟੇਸਟ ਬਹੁਤ ਪਸੰਦ ਹੈ, ਉਹ ਕੱਚਾ ਖਾਂਦੇ ਆ। ਤਾਂ ਉਹ ਪੰਜਾਬੀਆਂ ਨੂੰ ਥੋੜ੍ਹੀ ਦਿੱਕਤ ਹੈ ਕਿ ਫਿਰ ਇਹ ਨਾ ਤਾਂ ਸਰੀਰ 'ਤੇ ਵੀ ਕੱਚਾ ਤੇਲ ਲਾਉਣ ਤੋਂ ਡਰਦੇ ਆ ਅਤੇ ਪੀਣ ਤੋਂ ਤਾਂ ਖੈਰ ਬਹੁਤ ਡਰਦੇ ਆ। ਤਾਂ ਕੱਚਾ ਪੀਣਾ ਹੋਵੇ ਤਾਂ ਫਿਰ ਸਾਡੇ ਕੋਲ ਤੇਲ ਜਿਹੜਾ ਹੈਗਾ ਉਹ ਜਿਹੜਾ ਹੈਗਾ ਖੋਪੇ ਦਾ ਵਧੀਆ ਸਭ ਤੋਂ। ਤਾਂ ਉਹਦੇ ਨੱਕ 'ਚ ਵੀ ਪਾ ਸਕਦੇ ਹਾਂ ਆਪਾਂ। ਔਰ ਉਹਦੇ ਅਸੀਂ ਦੂਜਾ ਜਿਹੜਾ ਆਪਾਂ ਆਇਲ ਪੁੱਲਿੰਗ ਹੈ, ਆਇਲ ਪੁੱਲਿੰਗ ਜਿਹੜੀ ਹੈ ਬੜੀ ਵੰਡਰਫੁਲ ਚੀਜ਼ ਹੈ। ਆਇਲ ਪੁੱਲਿੰਗ ਕਿਹਨੂੰ ਕਹਿੰਦੇ ਅਸੀਂ? ਖੋਪੇ ਦੇ ਤੇਲ ਨੂੰ 10-15 ml ਮੂੰਹ 'ਚ ਲੈ ਕੇ ਗੇੜੇ ਦੇਈ ਜਾਣੇ ਉਹਨੂੰ। ਕਿੰਨੀ ਦੇਰ? ਜਿੰਨਾ ਦੇ ਸੋ ਵੱਧ ਤੋਂ ਵੱਧ 5 ਮਿੰਟ, 10 ਮਿੰਟ, 15 ਮਿੰਟ, ਅੱਧਾ ਘੰਟਾ। ਇੱਕ ਘੁੱਟ ਭਰ ਕੇ? ਹਾਂ, ਇੱਕ ਘੁੱਟ ਵੱਡਾ ਹੋ ਗਿਆ 15 ml। ਉਹਦਾ ਐਸੀ ਵੰਡਰਫੁਲ ਚੀਜ਼ ਹੈ, ਸਾਰੀ ਤੁਹਾਡੀ ENT ਕਲੀਅਰ ਕਰਦਾ ਉਹ, ਸਾਰੇ ਤੁਹਾਡਾ ਪਿਛਲਾ ਨੇਜ਼ਲ ਨੱਕ ਕਲੀਅਰ ਕਰੇਗਾ, ਫਿਰ ਤੁਹਾਡਾ ਸਾਰੇ ਡੀਟੌਕਸੀਫਿਕੇਸ਼ਨ ਕਰੇਗਾ ਕਿਉਂਕਿ ਤੁਹਾਡੀ ਉਹਦੇ ਅੰਦਰ ਬਾਡੀ ਦੇ ਜ਼ਹਿਰ ਵੀ ਉਹਦੇ 'ਚ ਆ ਜਾਂਦੇ। ਫਿਰ ਥੁੱਕ ਦੇਣਾ, ਉਹ ਅੰਦਰ ਨਹੀਂ ਜਾਣਾ ਨਾ, ਥੁੱਕ ਦੇਣਾ ਬਾਅਦ 'ਚ। ਉਹ ਤੋਂ ਝੱਗ ਜਿਹੀ ਬਣ ਜਾਂਦੀ, ਤੇਲ ਤੂਲ ਖਤਮ ਹੋ ਜਾਂਦਾ ਉਹਦਾ। ਅੱਛਾ, 5 ਮਿੰਟ ਬਾਅਦ ਤੇਲ ਤੂਲ ਤੁਹਾਨੂੰ ਪਤਾ ਨਹੀਂ ਲੱਗਦਾ, ਤੁਹਾਨੂੰ ਲੱਗਦਾ ਥੁੱਕ ਜੀ ਹੋਈ ਹੈ। ਤੇ ਇਹ ਤੇਲ ਫਿਰ 5 ਮਿੰਟ 'ਚ ਖਤਮ ਹੋ ਜਾਂਦਾ। ਕਰਨਾ ਕਦੋਂ? ਸਵੇਰੇ, ਸ਼ਾਮ ਨੂੰ ਜਾਂ ਦੁਪਹਿਰੇ? ਖਾਲੀ ਪੇਟ। ਜਦੋਂ ਤੁਸੀਂ ਖਾਲੀ ਪੇਟ ਹੋ ਉਦੋਂ ਕਰਨਾ। ਗਲੋ ਵੀ ਕਰ ਸਕਦੇ ਆਪਾਂ। ਗਲੋ ਜਿਹੜੀ ਬਹੁਤ ਵੰਡਰਫੁਲ ਰੈਮਡੀ ਹੈ। ਗਲੋ ਦਾ 4 ਇੰਚ ਚੱਲਦਾ ਟੁੱਟਾ ਲਓ, ਉਹਨੂੰ ਧੋਵੋ, ਉਹਨੂੰ ਉਹਦੀ ਕਿਨਾਰੀ ਕੱਟੋ, ਉਹਨੂੰ 2 'ਚ ਡਿਵਾਈਡ ਕਰ ਲਓ, ਉਹਦਾ ਗੁੱਦਾ ਮੂੰਹ 'ਚ ਲੈ ਲਓ, ਜਿੱਦਾਂ ਅੰਬ ਦੀ ਫੜੇ ਗੁੱਦਾ ਮੂੰਹ 'ਚ ਲਈਦਾ, ਫਿਰ ਉਹਨੂੰ ਮੂੰਹ 'ਚ ਗੇੜੇ ਦੇਈ ਜਾਓ। ਇਹ ਮੂੰਹ ਪੱਕੇ ਵਾਸਤੇ, ਦੰਦਾਂ ਵਾਸਤੇ, ਤੁਹਾਡੇ ENT ਵਾਸਤੇ ਵੰਡਰਫੁਲ ਰੈਮਡੀ ਹੈ। ਗਲੋ ਨੂੰ ਮੂੰਹ 'ਚ ਰੱਖ ਕੇ ਉੱਥੇ ਗੇੜੇ ਦੇਣਾ, ਗਲੋ ਫਿਰ ਅੰਦਰ ਲੈ ਜਾਓ ਬਾਅਦ 'ਚ, ਕੋਈ ਦਿੱਕਤ ਨਹੀਂ ਉਹਦੀ, ਅੰਦਰ ਲੈ ਜਾਣਾ ਚਾਹੀਦਾ। ਤਾਂ ਇਹ ਵੰਡਰਫੁਲ ਹੋਮ ਰੈਮਡੀ ਹੈ ਗਲੋ ਦੀ। ਕਾੜੇ ਬਹੁਤ ਵੰਡਰਫੁਲ ਨੇ, ਕਾੜੇ ਬਹੁਤ ਹੀ ਕਮਾਲ ਦੀ ਚੀਜ਼ ਨੇ। ਕਾੜਾ ਦੇਖੋ ਤੁਸੀਂ, ਨਿੰਮ ਦਾ ਕਾੜਾ, ਗਲੋ ਦਾ ਕਾੜਾ, ਤੁਲਸੀ ਦਾ ਕਾੜਾ, ਕੜੀ ਪੱਤੇ ਦਾ ਕਾੜਾ, ਹਲਦੀ ਦਾ ਕਾੜਾ, ਅਜਵਾਇਣ ਦਾ ਕਾੜਾ, ਜੀਰੇ ਦਾ ਕਾੜਾ, ਸਾਰੇ ਕਾੜੇ ਬਹੁਤ ਵਧੀਆ ENT ਰੈਸਪੀਰੇਟਰੀ ਸਿਸਟਮ ਸਾਰੇ ਲਈ। ਕਾੜੇ ਆਪਣੇ ਆਪ 'ਚ ਬਹੁਤ ਵੰਡਰਫੁਲ ਨੇ। ਫਿਰ ਇਮਿਊਨਿਟੀ ਬੂਸਟਰ ਜਿਹੜੇ ਨੇ, ਉਸ ਤੋਂ ਬਾਅਦ ਜਿਹੜੇ ਨੇ ਬੇਸਿਕਲੀ ਇਮਿਊਨਿਟੀ ਬਿਲਡ ਕਰਨੀ ਅਸੀਂ। ਇਮਿਊਨਿਟੀ ਬੂਸਟਿੰਗ ਬਹੁਤ ਵਧੀਆ ਚੀਜ਼ ਹੈ ਕਿਉਂਕਿ ਅੱਜ ਜਿਹੜੀ ਮੈਂ ਸਮਝਦਾ ਕਿ ਸਾਨੂੰ ਕਰੋਨਾ ਨੇ ਇੱਕ ਜਿਹੜਾ ਮੌਕਾ ਦਿੱਤਾ ਹੈ। ਹਾਲਾਂਕਿ ਕਰੋਨਾ ਨੇ ਬਹੁਤ ਦਹਿਸ਼ਤ ਫੈਲਾਈ ਹੈ ਅਤੇ ਬਹੁਤ ਡਰ ਫੈਲਾਇਆ ਹੈ ਅਤੇ ਬਹੁਤ ਲੋਕਾਂ 'ਤੇ ਜ਼ੁਲਮ ਹੋਇਆ, ਲੇਕਿਨ ਇਹਦੇ 'ਚੋਂ ਜੇ ਅਸੀਂ ਸਿਆਣੇ ਹੋਈਏ ਤਾਂ ਅਸੀਂ ਇੱਕ ਗੱਲ ਸਿੱਖ ਜਾਵਾਂਗੇ ਕਿ ਅਗਰ ਬਿਮਾਰੀਆਂ ਤੋਂ ਬਚਣਾ ਹੈ ਤਾਂ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰੋ। ਇਮਿਊਨਿਟੀ ਲਫ਼ਜ਼ ਲੋਕਾਂ ਨੂੰ ਸਮਝ ਆ ਗਿਆ ਹੁਣ ਵੀ ਸਰੀਰ ਦੀ ਲੜਨ ਸ਼ਕਤੀ ਕਾਇਮ ਹੋਣੀ ਚਾਹੀਦੀ ਹੈ, ਨਹੀਂ ਤਾਂ ਮਰੋਗੇ। ਤਾਂ ਉਹਨੂੰ ਅਸੀਂ ਜਿਹਨੂੰ ਕਹਿੰਦੇ ਆ, ਜਿਹੜੀ ਤੁਹਾਡੇ 'ਤੇ ਆਫਤ ਪਈ ਹੈ, ਉਹਨੂੰ ਵੀ ਅਸੀਂ ਓਪਰਚੁਨਿਟੀ 'ਚ ਕਨਵਰਟ ਕਰ ਸਕਦੇ ਹਾਂ ਕਿ ਸਾਡੇ 'ਤੇ ਆਫਤ ਪਈ, ਸਾਡੇ ਲੋਕਾਂ 'ਚ ਚੇਤਨਾ ਆ ਗਈ ਹੈ ਕਿ ਭਾਈ ਸਰੀਰ ਜਿਹੜਾ ਤੰਦਰੁਸਤ ਰੱਖਣਾ ਅਤੇ ਇਮਿਊਨਿਟੀ ਠੀਕ ਰੱਖਣੀ ਜ਼ਰੂਰੀ ਹੁੰਦੀ ਹੈ। ਇਸ ਗੱਲ ਨੂੰ ਪੱਲੇ ਬੰਨਣਾ ਚਾਹੀਦਾ ਹੈ ਕਿ ਜੇ ENT ਠੀਕ ਰੱਖਣੀ ਹੈ ਜਾਂ ਬਾਕੀ ਸਾਰਾ ਸਿਸਟਮ ਠੀਕ ਰੱਖਣਾ ਤਾਂ ਇਮਿਊਨਿਟੀ ਠੀਕ ਰੱਖੋ। 1 ਪੁਆਇੰਟ ਪ੍ਰੋਗਰਾਮ, ਇਮਿਊਨਿਟੀ ਇਜ਼ ਦਾ ਓਨਲੀ ਗੇਟਵੇ। ਇਮਿਊਨਿਟੀ ਠੀਕ ਰੱਖਣਾ ਇੱਕੋ ਇੱਕ ਹੀ ਰਸਤਾ ਹੈ ਬਸ ਤੰਦਰੁਸਤ ਰਹਿਣ ਦਾ, ਉਹ ENT 'ਤੇ ਵੀ ਲਾਗੂ ਹੁੰਦਾ। ਜੇ ਤੁਹਾਡੀ ਇਮਿਊਨਿਟੀ ਠੀਕ ਹੈ, ਤੁਹਾਡੀ ਕੋਈ ENT ਖਰਾਬ ਨਹੀਂ ਹੁੰਦੀ।
ਜੇ ਤੁਹਾਡੀ ਇਮਿਊਨਿਟੀ ਖਰਾਬ ਹੈ ਤਾਂ ਫਿਰ ਖਰਾਬ ਹੋਊਗੀ, ਬਾਕੀ ਸਿਸਟਮ ਵੀ ਖਰਾਬ ਹੋਣਗੇ, ENT ਵੀ ਖਰਾਬ ਹੋਊਗੀ। ਇਸ ਕਰਕੇ ਇਮਿਊਨਿਟੀ ਬੂਸਟਰ ਕਿਹੜੇ ਨੇ, ਕਦੋਂ ਯੂਜ਼ ਕਰਨੇ ਹੈ, ਕਿੱਦਾਂ ਦਾ ਖਾਣਾ ਹੈ, ਕਿੱਦਾਂ ਦਾ ਪੀਣਾ ਹੈ, ਕੀ ਆਪਣਾ ਡੇਲੀ ਰੂਟੀਨ ਰੱਖਣਾ, ਸਾਰਾ ਇਮਿਊਨਿਟੀ ਦਾ ਇੱਕ ਪ੍ਰੋਟੋਕੋਲ ਅਸੀਂ ਪੂਰਾ ਆਪਣੀ ਵੈਬਸਾਈਟ ਗਰੁੱਪਾਂ 'ਚ ਪਾਇਆ ਹੋਇਆ। ਆਪਾਂ ਵੀ ਡਿਸਕਸ ਕੀਤਾ ਸੀ, ਬਹੁਤ ਵਾਰੀ ਡਿਸਕਸ ਕਰ ਚੁੱਕੇ ਆਪਾਂ। ਸੋ ਇਮਿਊਨਿਟੀ ਦਾ ਪ੍ਰੋਟੋਕੋਲ ਆਪਣੀ ਜ਼ਿੰਦਗੀ 'ਚ ਅਪਣਾ ਕੇ ਰੱਖੋ, ਆਪਣੀ ਡਾਇਰੀ 'ਚ ਨੋਟ ਕਰਕੇ ਰੱਖੋ ਵੀ ਮੈਂ ਜ਼ਿੰਦਗੀ 'ਚ ਆਹ ਇਮਿਊਨਿਟੀ ਦਾ ਪ੍ਰੋਟੋਕੋਲ ਹੈ, ਇਮਿਊਨਿਟੀ ਠੀਕ ਕਰਨ ਦਾ ਆਹ ਗੱਲਾਂ ਮੈਂ ਲਾਗੂ ਕਰ ਰਿਹਾ, ਟਿਕ ਕਰ ਲਓ, ਆਹ ਮੈਂ ਹਾਲੇ ਲਾਗੂ ਨਹੀਂ ਕਰ ਰਿਹਾ, ਇਹਨੂੰ ਵਾਰੀ ਹੌਲੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ। ਸੋ ਉਹਨੂੰ ਇੱਕ ਲਿਸਟ ਬਣਾ ਲਓ, ਜਿਹਨੂੰ ਆਪਾਂ ਜਿਹੜੇ ਘਰੋਂ ਬਾਹਰ ਮਾਰਕੀਟ ਜਾਂਦੇ ਤੇ ਚੈੱਕ ਲਿਸਟ ਬਣਾ ਲੈਂਦੇ ਹਾਂ ਵੀ ਆਹ ਚੀਜ਼ ਲੈ ਕੇ ਆਉਣੀ, ਫਿਰ ਆਪਾਂ ਟਿਕ ਕਰੀ ਜਾਂਦੇ ਨਾਲ ਜਿਵੇਂ ਇੱਦਾਂ ਹੀ ਆਪਣੀ ਇਮਿਊਨਿਟੀ ਦਾ ਨੂੰ ਠੀਕ ਰੱਖਣ ਦਾ, ਤੰਦਰੁਸਤ ਰਹਿਣ ਦਾ ਇੱਕ ਚੈੱਕ ਲਿਸਟ ਬਣਾ ਲਓ ਵੀ ਆਹ ਚੀਜ਼ਾਂ ਜਿਹੜੀਆਂ ਨੇ ਜ਼ਿੰਦਗੀ 'ਚ ਕਰਨੀਆਂ ਜ਼ਰੂਰੀ ਨੇ, ਜੇ ਮੈਂ ਤੰਦਰੁਸਤ ਰਹਿਣਾ, ਜੇ ਮੇਰੀ ਇਮਿਊਨਿਟੀ ਠੀਕ ਰੱਖਣੀ ਤਾਂ ਉਹ 'ਚੋਂ ਜਿਹੜੀਆਂ ਕਰ ਰਹੇ ਹੋ ਉਹਨੂੰ ਟਿਕ ਕਰ ਲਓ, ਵੀ ਇਹ ਨਹੀਂ ਕਰ ਰਹੇ ਉਹਨੂੰ ਫਿਰ ਰੋਜ਼ ਸੋਚੋ, ਨਵੀਂ ਤੋਂ ਇੱਕ ਦੀ ਨਵੀਂ ਰੋਜ਼ ਅਡਾਪਟ ਕਰ ਲਓ, ਅਤੇ 15 ਦਿਨ 20 ਦਿਨ ਤੁਸੀਂ ਬਾਅਦ ਪਾਓਗੇ ਕਿ ਤੁਸੀਂ ਸਾਰੀਆਂ ਅਡਾਪਟ ਕਰ ਲਈਆਂ। ਔਰ ਬੜੇ ਆਸਾਨ ਨਹੀਂ ਹੈ, ਬਹੁਤ ਆਸਾਨ ਨੇ, ਬਹੁਤ ਸਸਤੀਆਂ ਨੇ, ਰਾਦਰ ਮੁਫਤ ਨੇ, ਤੁਹਾਡੇ ਘਰ 'ਚ ਹੀ ਪਈਆਂ, ਤੁਹਾਡੇ ਆਲੇ ਦੁਆਲੇ ਪਈਆਂ ਨੇ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ। ਔਰ ਲਾਸਟ ਜਿਹੜਾ ਹੈਗਾ ਮੈਂ ਸਮਝਦਾ ਕਿ ਉਹਦੇ ਬਿਨਾਂ ਬਿਲਕੁਲ ਇਨਕੰਪਲੀਟ ਰਹਿੰਦਾ। ਕਿਸੇ ਵੀ ਸਰੀਰ ਦੇ ਕਿਸੇ ਵੀ ਅੰਗ ਨੂੰ ਤੰਦਰੁਸਤ ਰੱਖਣਾ ENT ਵਿੱਚ ਸ਼ਾਮਿਲ ਹੈ। ਉਹਦੇ ਲਈ ਖੁਸ਼ ਰਹਿਣਾ, ਹੱਸਣਾ ਖਾਸ ਕਰਕੇ ਉੱਚੀ ਜ਼ੋਰ ਦੀ ਹੱਸਣਾ, ਕਲਕਿਆਰੀਆਂ ਮਾਰਨੀਆਂ, ਜ਼ੋਰ ਦੀ ਗਾਉਣਾ ਜਿਹੜਾ ਹੈ ਔਰ ਜਿਹੜਾ ਹੈ ਬਹੁਤ ਜ਼ਰੂਰੀ ਹੈ। ਤਾਂ ਖੁਸ਼ੀ ਜਿਹੜੀ ਹੈ ਉਹ ਸਾਡੀ ਇਮਿਊਨਿਟੀ ਨੂੰ ਬਹੁਤ ਜ਼ਿਆਦਾ ਚੱਕਦੀ ਹੈ ਉੱਪਰ। ਡਾਕਟਰ ਸਾਹਿਬ ਲੋਕੀ ਤਾਂ ਕਹਿੰਦੇ ਨੇ ਵੀ ਜਿਹੜਾ ਉੱਚੀ ਕਿਲਕਾਰੀਆਂ ਮਾਰ ਕੇ ਹੱਸ ਰਿਹਾ, ਤਾੜੀਆਂ ਮਾਰ ਕੇ ਹੱਸ ਰਿਹਾ, ਉਹ ਗਵਾਰ ਹੈ। ਨਹੀਂ, ਉਹ ਗਵਾਰ ਤਾਂ ਜੋ ਅਸਲ ਜਿਹੜੇ ਇਹ ਬੰਦੇ ਗਵਾਰ ਕਹਿੰਦੇ ਆ ਨਾ, ਉਹ ਬਹੁਤ ਖੋਖਲੇ ਨੇ। ਅਸਲ ਸਾਰਾ ਜਿਹੜੇ ਗਵਾਰ ਕਹਿਣ ਦੀ ਸਾਰੀ ਸੱਭਿਅਤਾ ਆਈ ਵੈਸਟ ਤੋਂ। ਵੈਸਟ ਦਾ ਖਾਸ ਕਿਸਮ ਦਾ ਸੱਭਿਆਚਾਰ ਹੈ। ਔਰ ਵੈਸਟ ਤੁਸੀਂ ਪਾਓਗੇ ਕਿ ਜਿਹੜੇ ਬੰਦੇ ਕੈਨੇਡਾ ਅਮਰੀਕਾ ਜਾਂਦੇ ਉਹਨੂੰ ਸਮਝ ਆ ਜਾਂਦੀ ਗੱਲ ਕਿ ਉਹ ਸਮਾਜ ਬਹੁਤ ਖੋਖਲਾ ਸਮਾਜ ਹੈ। ਉਹ ਸਮਾਜ ਦੇ ਪੱਲੇ ਕੁਛ ਨਹੀਂ ਹੈ। ਉਹ ਤਾਂ ਹੀ ਉਹ ਸਾਰਾ ਕੁਝ ਉਹ ਆਪ ਲੈਂਦੇ ਆ, ਸਰਜਰੀਆਂ ਕਰਾਉਂਦੇ ਆ, ਕੈਮੀਕਲ ਦਵਾਈਆਂ ਖਾਂਦੇ ਆ, ਫਿਰ ਹਜੇ ਸੁਆਹ ਕੇ ਵੈਕਸੀਨੇਸ਼ਨਾਂ ਕਰਾਉਂਦੇ ਆ। ਉਹ ਫਿਰ ਸਾਡੇ 'ਤੇ ਵੀ ਠੋਸਦੇ ਨਾਲ, ਕਿਉਂਕਿ ਸਾਡੇ 'ਤੇ ਭਾਰੂ ਰਹੇ ਹੋ 200 ਸਾਲ। ਉਹ ਅੱਜ ਵੀ ਅਸੀਂ ਉਹਨਾਂ ਨੂੰ ਚੰਗਾ ਸਮਝਦੇ ਹਾਂ। ਅਤੇ ਉਹ ਲੋਕ ਹੁਣ ਅੱਜ ਵੀ ਸਾਡੇ ਲੋਕ ਜਿਹੜੇ ਨੇ ਉਹ ਸਮਝਦੇ ਜਿਹੜੀ ਕੈਨੇਡਾ ਤੋਂ ਆ ਗਈ, ਅਮਰੀਕਾ ਤੋਂ ਹੋ ਗਈ ਕੋਈ ਗੱਲ ਆ ਗਈ ਸਭ ਤੋਂ ਵਧੀਆ। ਅਸਲ 'ਚ ਉਹ ਹੈ ਕਿ ਅਸਲ 'ਚ ਉਹ ਸਮਾਜ ਬਹੁਤ ਖੋਖਲੇ ਨੇ। ਸਾਡੇ ਕੋਲ ਬਹੁਤ ਅਮੀਰੀ ਹੈ, ਸਾਡੀ ਸੱਭਿਆਚਾਰ 'ਚ ਬਹੁਤ ਅਮੀਰੀ ਸੀਗੀ। ਸਾਡੀ ਆਪਣੀ ਅਮੀਰੀ ਨੂੰ ਖੰਗਾਲਣ ਦੀ ਲੋੜ ਹੈ, ਮੁੜ ਕੇ ਜਿੰਦਾ ਕਰਨ ਦੀ ਲੋੜ ਹੈ। ਉਹਨਾਂ ਦੀ ਜਿਹੜੀ ਤਾਂ ਹੀ ਕਿਹਾ ਜਾਂਦਾ ਸੀ ਵੀ ਇਹ ਅਮੀਰੀ ਆਪਣੇ ਕੋਲ ਬਹੁਤ ਵੱਡੀ ਅਮੀਰੀ ਸਾਡੀ ਸੱਭਿਅਤਾ ਦੇ ਅੰਦਰ। ਅਸੀਂ ਇੱਕ ਬਹੁਤ ਅਮੀਰ ਸੱਭਿਅਤਾ ਦੇ ਵਿਰਾਸਤ ਸਾਂਭ ਕੇ ਬੈਠੇ ਹਾਂ, ਅਸੀਂ ਉਹਦੇ ਵਾਰਸ ਹਾਂ। ਉਹਦੇ ਅੰਦਰ ਸਾਰਾ ਕੁਛ ਹੈ ਜੋ ਮੈਂ ਬੋਲ ਰਿਹਾ। ਉਹਨੂੰ ਆਯੁਰਵੇਦ ਕਹਿ ਲਓ, ਉਹਨੂੰ ਸਾਡੀ ਰਿਸ਼ੀਆਂ ਮੁਨੀਆਂ ਗੁਰੂਆਂ ਦੀਆਂ ਸਿੱਖਿਆਵਾਂ ਕਹਿ ਲਓ। ਤੁਸੀਂ ਗੁਰਬਾਣੀ 'ਚ ਦੇਖ ਲਓ, ਬਹੁਤ ਥਾਵਾਂ 'ਤੇ ਵਰਣਨ ਆਉਂਦਾ ਸਿਹਤ ਦਾ ਅਲੱਗ-ਅਲੱਗ ਢੰਗ ਨਾਲ। ਇਹ ਖੁਸ਼ੀ ਵਾਲੀ ਗੱਲ ਦਾ ਵੀ ਬਹੁਤ ਵਰਣਨ ਆਉਂਦਾ। ਚੜ੍ਹਦੀ ਕਲਾ ਤਾਂ ਜਿਹੜੀ ਹੈ ਸਿੱਖਾਂ ਦੀ ਜਿਹੜੀ ਉਹ ਹੈ ਮੋਟੋ ਹੈ। ਰੋਜ਼ ਅਸੀਂ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਚੜ੍ਹਦੀ ਕਲਾ ਦਾ ਮਤਲਬ ਕੀ ਹੁੰਦਾ? ਚੜ੍ਹਦੀ ਕਲਾ ਦਾ ਮਤਲਬ ਹੈ ਕਿ ਕੋਈ ਡਿਪਰੈਸ਼ਨ ਨਹੀਂ, ਕੋਈ ਐਂਗਜ਼ਾਇਟੀ ਨਹੀਂ, ਕੋਈ ਚਿੰਤਾ ਨਹੀਂ ਹੈ, ਹਮੇਸ਼ਾ ਖੁਸ਼ ਰਹਿਣਾ, ਹਰ ਹਾਲ ਖੁਸ਼ ਰਹਿਣਾ। ਦੁੱਖ 'ਚ ਤਾਂ ਵੀ ਖੁਸ਼ ਹਾਂ, ਜੇ ਮਿਲ ਗਿਆ ਤਾਂ ਵੀ ਖੁਸ਼ ਹਾਂ, ਨਹੀਂ ਮਿਲਿਆ ਤਾਂ ਵੀ ਖੁਸ਼। ਡਾਕਟਰ ਸਾਹਿਬ ਜੇ ਆਪਾਂ ਹੁਣ ਕੰਨ ਦੀ ਗੱਲ ਨਾ ਕੀਤੀ ਸ਼ਾਇਦ ਆਪਣੀ ਗੱਲ ਅਧੂਰੀ ਰਹਿ ਜਾਏਗੀ। ਕੰਨ ਦੇ ਵਿੱਚ ਫੰਗਸ ਹੋ ਜਾਂਦੀ ਹੈ, ਕੰਨ ਦੇ ਵਿੱਚੋਂ ਕੰਨ ਡੁੱਲਦੇ ਰਹਿੰਦੇ ਆ। ਇਹ ਹੁਣ ਅੱਜ ਕੱਲ੍ਹ ਤਾਂ ਸ਼ਾਇਦ ਇਹ ਵਰਤਾਰਾ ਥੋੜ੍ਹਾ ਜਿਹਾ ਘਟਿਆ ਹੋਵੇ, ਲੇਕਿਨ ਬਹੁਤ ਸਾਰਾ ਸਮਾਂ ਜਿਹੜਾ ਮੈਂ ਇਹ ਦੇਖਿਆ ਹੈਗਾ ਕਿ ਬੱਚਿਆਂ ਦੇ ਖਾਸ ਕਰਕੇ ਜਿਹੜੇ ਨੇ ਉਹ ਕੰਨ ਡੁੱਲਦੇ ਰਹਿੰਦੇ, ਉਹਨਾਂ ਨੂੰ ਫੰਗਸ ਹੋ ਜਾਂਦੀ ਹੈ। ਕੀ ਕਾਰਨ ਇਹਦੇ ਅਤੇ ਕੀ ਇਲਾਜ ਹੈਗਾ? ਦੇਖੋ, ਦੋ ਤਰ੍ਹਾਂ ਦੀ ਫੰਗਸ। ਇੱਕ ਤਾਂ ਜਿਹੜੇ ਕੰਨ ਡੁੱਲਣ ਤੋਂ ਬਿਨਾਂ ਫੰਗਸ ਹੁੰਦੀ ਆ, ਤਾਂ ਬਾਹਰੋਂ ਜਾਂਦੀ ਹੈ ਬਹੁਤੀ ਫੰਗਸ, ਬਾਹਰੋਂ ਚਲੇ ਜਾਂਦੀ, ਹਵਾ ਕਨੈਕਟਡ ਹੈ ਨਾ, ਲੇਕਿਨ ਅੰਦਰੋਂ ਬੰਦ ਹੈ। ਫਿਰ ਅੰਦਰਲਾ ਉਹ ਕਨੈਕਟਡ ਨਹੀਂ ਹੈ, ਬਾਹਰਲਾ ਕੰਨ ਅਲੱਗ ਹੈ। ਜਦੋਂ ਮੋਰੀ ਹੋ ਜਾਂਦੀ ਫਿਰ ਗੱਲ ਅਲੱਗ ਹੈ। ਉਹ ਮੋਰੀ ਜਦੋਂ ਹੁੰਦੀ ਹੈ ਤਾਂ ਮੋਰੀ ਇਸੇ ਕਰਕੇ ਹੁੰਦੀ ਹੈ ਕਿ ਸਾਈਨਸ ਖਰਾਬ ਨੇ ਸਾਡੇ। ਉਹ ਅੰਦਰੋਂ ਇਨਫੈਕਸ਼ਨ ਅੰਦਰ ਚਲੀ ਜਾਂਦੀ ਕੰਨ 'ਚ। ਕੰਨ ਜਿਵੇਂ ਬਾਹਰ ਖੁੱਲਦਾ ਤਾਂ ਅੰਦਰ ਵੀ ਖੁੱਲਦਾ ਨਾ। ਕੰਨ ਦੇ ਦੋ ਰਸਤੇ ਹੈ, ਇੱਕ ਰਸਤਾ ਬਾਹਰ ਹੈ, ਇੱਕ ਰਸਤਾ ਅੰਦਰ ਹੈ। ਬਾਹਰ ਵਾਲਾ ਬਾਹਰ ਨਾਲ ਕਨੈਕਟਡ ਹੈ, ਅੰਦਰ ਵਾਲਾ ਅੰਦਰ ਨਾਲ ਕਨੈਕਟਡ ਹੈ। ਜਿੱਥੇ ਕੰਨ ਮੋਰੀ ਹੁੰਦੀ ਹੈ ਤਾਂ ਪਹਿਲਾਂ ਉੱਥੇ ਇਨਫੈਕਸ਼ਨ ਹੁੰਦੀ ਹੈ, ਉਹ ਅੰਦਰੋਂ ਜਾਂਦੀ ਹੈ ਗਲੇ 'ਚੋਂ। ਉਹ ਸਾਰੇ ਉਹੀ ਕਾਰਨ ਨੇ ਜੇ ਆਪਾਂ ਬੋਲੇ ਆ। ਉਹ ਜਦੋਂ ਅੰਦਰੋਂ ਇਨਫੈਕਸ਼ਨ ਨਾ ਜਾਵੇ ਤਾਂ ਮਤਲਬ ਹੀ ਨਹੀਂ ਕੰਨ ਦੀ ਵਿੱਚ ਮੋਰੀ ਹੋ ਜਾਏਗੀ। ਅਜੇ ਮੋਰੀ ਛੋਟੀ ਮੋਟੀ ਹੋ ਵੀ ਜਾਵੇ ਤਾਂ ਮੈਂ ਆਪਣੀ ਅੱਖਾਂ ਦੇ ਸਾਹਮਣੇ ਠੀਕ ਹੁੰਦੀਆਂ ਦੇਖੀਆਂ ਨੇ। ਬਹੁਤ ਵੱਡਾ ਹੋਲ ਹੋ ਜਾਏ ਵੱਖਰੀ ਗੱਲ ਹੈ, ਲੇਕਿਨ ਛੋਟੀਆਂ ਮੋਟੀਆਂ ਮੋਰੀਆਂ ਭਰ ਜਾਂਦੀਆਂ। ਜਦੋਂ ਤੁਸੀਂ ਟ੍ਰੀਟ ਕਰਦੇ ਹੋ, ਉਸ ਇਨਫੈਕਸ਼ਨ ਨੂੰ ਟ੍ਰੀਟ ਕਰਦੇ ਹੋ, ਉਹ ਨਾਲ ਦੀ ਨਾਲ ਜਿਹੜੇ ਹੋਲ ਨੇ ਭਰ ਜਾਂਦੇ ਆ। ਡਾਕਟਰ ਸਾਹਿਬ ਲਾਸਟ ਦੇ ਵਿੱਚ ਕੋਈ ਐਸਾ ਰਾਮਬਾਣ ਟੋਟਕਾ ਜਿਹੜਾ ਤੁਸੀਂ ਅੱਖ, ਨੱਕ, ਕੰਨ, ਗਲੇ ਨੂੰ ਜਿਹੜਾ ਉਹ ਡੇਲੀ ਕਰਨ ਅਤੇ ਜਿਹੜਾ ਤੰਦਰੁਸਤ ਬੰਦਾ ਉਹ ਦੁਬਾਰਾ ਬਿਮਾਰ ਨਾ ਹੋਵੇ? ਉਹ ਸਭ ਤੋਂ ਤਾਂ ਵਧੀਆ ਗਰਾਰੇ ਨੇ। ਗਰਾਰੇ ਮੈਂ ਸਮਝਦਾ ਜ਼ਿੰਦਗੀ ਸਾਨੂੰ ਅਡਾਪਟ ਕਰਕੇ ਰੱਖਣੇ ਚਾਹੀਦੇ ਆ। ਜਦੋਂ ਵੀ ਤੁਹਾਨੂੰ ਕੋਈ ਗਲੇ 'ਚ ਮਾੜੀ ਮੋਟੀ ਤਕਲੀਫ ਹੋਵੇ,
ਤਾਂ ਪਹਿਲਾ ਕੰਮ ਇਹ ਕਰੋ, ਸਵੇਰੇ ਉੱਠਣ ਸਾਰ ਇਹ ਗਲਾਸ ਪਾਣੀ ਦਾ ਗਰਮ ਕਰੋ, ਉਹ 'ਚ ਪੌਣਾ ਚਮਚਾ ਨਮਕ ਪਾਓ, ਉਹਦਾ ਚਮਚਾ ਹਲਦੀ ਪਾਓ, ਗਰਾਰੇ ਕਰ ਲਓ। ਇੱਕ ਸਿੰਗਲ ਟੋਟਕਾ ਜਿਹੜਾ ਹੈ ਉਹ ਤੋਂ ਉਹ ENT ਦਾ 50% ਕੰਮ ਕਰ ਜਾਂਦਾ ਹੈ। ਨੱਕ ਕੰਨ ਗਲਾ ਤਿੰਨੋਂ? ਹਾਂ, ਉਹ ਅੰਦਰੋਂ ਇੱਕੋ ਹੀ ਨੇ। ਇਹ ਨੱਕ ਕੰਨ ਗਲਾ ਤਿੰਨ ਅਲੱਗ-ਅਲੱਗ ਨਹੀਂ ਹੈਗੇ, ਅੰਦਰੋਂ ਸਿਸਟਮ ਇੱਕੋ ਹੀ ਹੈ, ਇੱਕੋ ਸਿਸਟਮ ਹੈ ਉਹ। ਤੇ ਉਹ ਜਿਹੜਾ ਸਿੰਗਲ ਅਗਰ ਕਰਨਾ ਹੋਵੇ ਤਾਂ ਉਹ ਹੈਗਾ ਜਿਹੜਾ ਤੁਹਾਡਾ ਗਰਾਰੇ। ਤੇ ਗਰਾਰੇ ਦੇ ਨਾਲ ਜੇ ਦੋਸਤ ਉਸ ਤੋਂ ਹੋਰ ਐਡ ਕਰਨਾ ਹੋਵੇ ਤੇ ਫਿਰ ਨਿੰਮ ਦਾ ਦਾਤਨ ਕਰਨਾ ਸ਼ੁਰੂ ਕਰ ਦਿਓ। ਪਰ ਨਿੰਮ ਦਾ ਦਾਤਨ ਡਾਕਟਰ ਸਾਹਿਬ ਅਕਸਰ ਇਹ ਕਿਹਾ ਜਾਂਦਾ, ਕਿਉਂਕਿ ਅੱਜ ਕੱਲ ਆਪਾਂ ਕੋਈ ਸਮਾਂ ਸੀਗਾ ਜਦੋਂ ਆਪਾਂ ਗੰਨੇ ਚੂਪਿਆ ਕਰਦੇ ਸੀ, ਛੋਲੇ ਚੱਬਿਆ ਕਰਦੇ ਸੀ, ਹੋਰ ਬਹੁਤ ਸਖਤ ਚੀਜ਼ਾਂ ਜਿਹੜੀਆਂ ਆਪਾਂ ਚੱਬਿਆ ਕਰਦੇ ਸੀ। ਅੱਜ ਕੱਲ ਆਪਣਾ ਜਵਾੜਾ ਜਿਹੜਾ ਉਹ ਉਸ ਪਾਵਰ ਦਾ ਨਹੀਂ ਹੈ ਕਿ ਜਿਹੜਾ ਆਪਾਂ ਉਸ ਨਿੰਮ ਦੇ ਦਾਤਨ ਨੂੰ ਚੱਬ ਕੇ ਤੇ ਉਸ ਤਰੀਕੇ ਨਾਲ ਕਰੀਏ, ਉਹਦੇ ਨਾਲ ਦੰਦਾਂ ਦੀਆਂ ਪ੍ਰੋਬਲਮ ਕ੍ਰੀਏਟ ਨਹੀਂ ਹੋ ਜਾਣੀ? ਨਹੀਂ, ਦੰਦਾਂ ਦੀ ਪ੍ਰੋਬਲਮ ਉਲਟਾ ਇਸ ਕਰਕੇ ਕ੍ਰੀਏਟ ਹੋ ਰਹੀ ਹੈ ਕਿ ਅਸੀਂ ਜਵਾੜਾ ਛੋਟਾ ਕਰੀ ਜਾ ਰਹੇ ਹਾਂ, ਜਵਾੜੇ ਨੂੰ ਵਰਤ ਨਹੀਂ ਰਹੇ। ਜਵਾੜਾ ਸਾਡਾ ਕਮਜ਼ੋਰ ਹੋ ਰਿਹਾ ਤਾਂ ਐਡੀ ਗੰਦੀ ਇੱਕ ਸਿਚੁਏਸ਼ਨ ਆਪਣੇ ਆਪ ਨੂੰ ਪੁੱਟ ਕਰ ਰਹੇ ਅਸੀਂ ਕਿ ਤੁਹਾਡੀ ਅਕਲ ਦਾੜ ਜਦ ਨੂੰ ਆਉਂਦੀ ਹੈ ਤਾਂ ਕੋਈ ਥਾਂ ਹੀ ਨਹੀਂ ਬਚੀ ਹੁੰਦੀ। ਬਿਲਕੁਲ। ਅਸੀਂ ਆਪਣੇ ਉਹ ਕਿਉਂਕਿ ਸਾਰਾ ਖਾਣਾ ਅਸੀਂ ਜਿਹੜਾ ਇੰਨਾ ਨਰਮ ਖਾ ਰਹੇ ਹਾਂ ਕਿ ਚੱਬਦੇ ਹੀ ਨਹੀਂ ਹਾਂ, ਉਹਦੇ ਨਾਲ ਕੀ ਹੋ ਰਿਹਾ ਕਿ ਹੌਲੀ ਹੌਲੀ ਸਾਡਾ ਜਵਾੜਾ ਕਮਜ਼ੋਰ ਹੋ ਰਿਹਾ ਪੀੜ੍ਹੀ ਦਰ ਪੀੜ੍ਹੀ। ਤੇ ਉਹਦਾ ਕੀ ਜਿਹੜੀ ਅਕਲ ਦਾੜ ਆਉਣੀ ਹੁੰਦੀ ਹੈ 18 ਸਾਲ ਤੋਂ ਬਾਅਦ, ਚਾਰੋਂ ਅਕਲ ਦਾੜਾਂ ਆਉਣੀਆਂ ਹੁੰਦੀਆਂ ਨੇ, ਉਹਦੇ ਥਾਂ ਹੀ ਨਹੀਂ ਬਚਦੀ। ਔਰ ਨੈਟ ਰਿਜ਼ਲਟ ਕੀ ਹੁੰਦਾ, ਫਸ ਜਾਂਦੀਆਂ ਨੇ। ਤੇ ਅੱਜ ਕੱਲ੍ਹ ਤੁਸੀਂ ਪਾਓਗੇ ਕਿ ਚਾਰੇ ਦੇ ਚਾਰੇ ਅਕਲ ਦਾੜਾਂ ਕਢਾਉਣੀਆਂ ਪੈ ਰਹੀਆਂ ਲੋਕਾਂ ਨੂੰ। ਸਰਜਰੀ ਕਰਵਾਤੀ, ਸਰਜਰੀ ਹੁੰਦੀ ਹੈ, ਔਰ ਔਖੀ ਸਰਜਰੀ ਹੁੰਦੀ ਹੈ, ਬਹੁਤ ਔਖੀ ਸਰਜਰੀ ਹੈ। ਔਰ ਇਸ ਕਰਕੇ ਹੋ ਰਹੀ ਹੈ ਕਿ ਅਸੀਂ ਆਪਣੀ ਬੇਵਕੂਫੀ ਨਾਲ ਆਪਣੇ ਬੱਚਿਆਂ ਨੂੰ ਚਿਊ ਕਰਨ ਵਾਲਾ ਸਿਸਟਮ ਤੋਂ ਬਾਹਰ ਕੱਢਤਾ, ਚੱਬਣ ਵਾਲਾ ਕੰਮ ਹੀ ਬੰਦ ਕਰਤਾ। ਗੰਨੇ ਦਿੰਦੇ ਨਹੀਂ ਉਹਨਾਂ ਨੂੰ, ਛੋਲੇ ਦਿੰਦੇ ਨਹੀਂ ਉਹਨਾਂ ਨੂੰ। ਜਦੋਂ ਅਸੀਂ ਚੱਬਣ ਵਾਲਾ ਕੰਮ ਬੰਦ ਕਰਤਾ ਤਾਂ ਜਵਾੜਾ ਵੀਕ ਹੋ ਰਿਹਾ, ਤੇ ਜਵਾੜਾ ਵੀਕ ਹੋਏਗਾ ਤਾਂ ਉਹ 32 ਦੰਦਾਂ ਦੀ ਥਾਂ ਹੀ ਨਹੀਂ ਬਚਦੀ, ਥਾਂ 28 ਦੰਦਾਂ ਦੀ ਰਹਿ ਜਾਂਦੀ ਹੈ। ਜਿਹੜੇ 4 ਦੰਦ ਨੇ ਉਹ ਅਲਟੀਮੇਟਲੀ ਉਹਦਾ ਥਾਂ ਨਹੀਂ ਬਚਦੀ, ਉਹ ਥੱਲੇ ਜਦੋਂ ਆਉਣ ਦੀ ਕੋਸ਼ਿਸ਼ ਕਰਦੇ ਉਹ ਜਦੋਂ ਨਿਕਲ ਟਾਈਮ ਨਾਲ ਤਾਂ ਉਹ ਉੱਥੇ ਫਸ ਜਾਂਦੇ ਆ, ਤੇ ਫਸ ਜਾਂਦੇ ਕਢਾਉਣੇ ਪੈਂਦੇ ਆ। ਇੱਕ ਟਾਈਮ ਐਸਾ ਵੀ ਹੋ ਸਕਦਾ ਵੀ ਦੰਦ ਆਉਣਾ ਹੀ ਬੰਦ ਹੋ ਜਾਏ, ਜਿਹੜਾ 32ਵਾਂ ਜਿਹੜਾ ਹੈਗਾ ਜਿਹੜੇ ਨਹੀਂ ਬੰਦ ਨਹੀਂ ਹੋਗੇ, ਤੰਗ ਹੀ ਕਰਨਗੇ ਅਜੇ ਤੱਕ ਭੋਗਦੇ ਤਾਂ ਕੁਦਰਤ ਨੇ ਬਹੁਤ ਲੰਬੇ ਸਮੇਂ 'ਚ ਹੋਏਗਾ, ਉਹ ਤਾਂ ਬਹੁਤ ਲੰਬੇ ਸਮੇਂ 'ਚ ਹੋਏਗਾ ਜੇ ਹੋਇਆ ਤਾਂ, ਲੇਕਿਨ ਹਲੇ ਤਾਂ ਉਹ ਤੰਗ ਹੀ ਕਰਨਗੇ, ਤੁਹਾਨੂੰ ਕਢਾਉਣੇ ਹੀ ਪੈਣਗੇ। ਜੇ ਤੁਸੀਂ ਜਾਂ ਤਾਂ ਬੰਦਿਆਂ ਨੂੰ ਉਹਨੂੰ ਬੱਚੇ ਨੂੰ ਹੀ ਪਹਿਲਾਂ ਸ਼ੁਰੂ ਤੋਂ ਹੀ ਚੱਬਣ ਵਾਲੀ ਚੀਜ਼ਾਂ ਦੀ ਆਦਤ ਪਾਓ ਤਾਂ ਕਿ ਉਹਦਾ ਜਵਾੜਾ ਮਜ਼ਬੂਤ ਰਹੇ। ਤੇ ਜੇ ਉਹਦਾ ਜਵਾੜਾ ਮਜ਼ਬੂਤ ਨਾ ਹੋਇਆ ਤਾਂ ਉਹਨੂੰ ਦਿੱਕਤ ਆਏਗੀ। ਅਲਟੀਮੇਟਲੀ ਡੈਂਟਿਸਟ ਕੋਲੇ ਜਾਂਦਾ ਰਹੇਗਾ ਸਾਰੀ ਉਮਰ ਹੀ ਉਹ, ਕਿਉਂਕਿ ਉਹਦੇ ਚਾਰ ਦਾੜਾਂ ਨੇ, ਇੱਕ ਕਢਾਊਗਾ, ਫਿਰ ਦੂਜੀ ਕਢਾਊਗਾ, ਫਿਰ ਤੀਜੀ ਕਢਾਊਗਾ, ਚੌਥੀ ਕਢਾਊਗਾ, 4 ਦਾੜਾਂ, ਤਾਂ ਉਹ ਫੁੱਲ ਸਰਜਰੀ ਹੁੰਦੀ ਨਾਲੇ ਉਹਦੀ, ਫੁੱਲ ਫੇਸ ਸਰਜਰੀ ਲੰਬੀ ਹੁੰਦੀ, ਨਾਲੇ ਤੰਗ ਕਰਦੀ, ਬਹੁਤ ਤੰਗ ਕਰਦੀ ਸਰਜਰੀ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਰ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਨੱਕ ਕੰਨ ਗਲੇ ਦੀਆਂ ਬਿਮਾਰੀਆਂ ਕਿਉਂ ਹੁੰਦੀਆਂ ਨੇ, ਕੀ ਕਾਰਨ ਹੁੰਦੇ ਨੇ ਇਹਦੇ ਪਿੱਛੇ, ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਬਿਮਾਰੀਆਂ ਨੂੰ ਆਪ ਸਹੇੜ ਲੈਂਦੇ ਹਾਂ ਤੇ ਕਿਸ ਤਰੀਕੇ ਅਸੀਂ ਆਪ ਇਹਨਾਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ। ਡਾਕਟਰ ਕੋਲ ਜਾਏ ਬਿਨਾਂ ਡਾਕਟਰ ਸਾਹਿਬ ਨੇ ਆਪਣਾ ਤਜਰਬਾ ਸਾਂਝਾ ਕੀਤਾ ਵੀ ਕਿਸ ਤਰੀਕੇ ਨਾਲ ਕੋਈ ਵੇਲਾ ਸੀ ਜਦੋਂ ਇਹ 11ਵੀਂ 'ਚ ਪੜ੍ਹਿਆ ਕਰਦੇ ਸਨ, +1 'ਚ, ਤਾਂ ਉਸ ਵੇਲੇ ਇਹਨਾਂ ਨੂੰ ਵੀ ਟੌਨਸਲਸ ਦੀ ਸ਼ਿਕਾਇਤ ਆਈ ਸੀ ਤੇ ਇਹ ਡਾਕਟਰ ਦੀ ਗਲਤੀ ਦੇ ਨਾਲ ਇਹਨਾਂ ਨੂੰ ਆਪਰੇਸ਼ਨ ਕਰਵਾਉਣਾ ਪੈ ਗਿਆ ਆਪਣੇ ਟੌਨਸਲਸ ਦਾ, ਤੇ ਉਹਦਾ ਨਤੀਜਾ ਇਹਨਾਂ ਨੂੰ ਲੰਮਾ ਸਮਾਂ ਭੁਗਤਣਾ ਪਿਆ। ਜੇਕਰ ਇਹਨਾਂ ਨੇ ਕੁਝ ਭਾਰਤੀ ਪੱਧਤੀਆਂ ਨਾ ਅਪਣਾਈਆਂ ਹੁੰਦੀਆਂ ਤਾਂ ਅੱਜ ਵੀ ਇਸ ਚੀਜ਼ ਤੋਂ ਇਹ ਤੰਗ ਰਹਿੰਦੇ। ਸੋ ਇਹਨਾਂ ਨੇ ਲੰਮਾ ਸਮਾਂ ਫਿਰ ਉਸ ਤੋਂ ਬਾਅਦ ENT ਦੇ ਮਰੀਜ਼ਾਂ ਨੂੰ, ਜਿਹੜਾ ਖਾਸ ਕਰਕੇ ਬੱਚਿਆਂ ਨੂੰ, ਜਿਹੜਾ ਉਹ ਉਹਨਾਂ ਦਾ ਇਲਾਜ ਕੀਤਾ, ਤੇ ਅੱਜ ਤੱਕ ਇਹਨਾਂ ਦਾ ਦਾਅਵਾ ਕਿ ਉਹਨਾਂ ਨੇ ਟੌਨਸਲ ਦੇ ਕਿਸੇ ਵੀ ਮਰੀਜ਼ ਬੱਚੇ ਨੂੰ ਆਪਰੇਸ਼ਨ ਵੱਲ ਨਹੀਂ ਜਾਣ ਦਿੱਤਾ। ਸੋ ਇਹਨਾਂ ਨੇ ਬਹੁਤ ਸਾਰੇ ਨੁਸਖੇ ਵੀ ਅਜਿਹੇ ਦੱਸੇ ਨੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਨੱਕ ਕੰਨ ਗਲੇ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਤੇ ਇੱਕ ਰਾਮਬਾਣ ਨੁਸਖਾ ਜਿਹੜਾ ਇਹਨਾਂ ਨੇ ਅਖੀਰ 'ਚ ਦੱਸਿਆ ਕਿ ਗਰਾਰੇ ਲਗਾਤਾਰ ਕਰਦੇ ਰਹੀਏ, ਆਪਾਂ ਦਾਤਨ ਜਿਹੜੀ ਆ ਉਹ ਨਿੰਮ ਦੀ ਦਾਤਨ ਆਪਾਂ ਚੱਬ ਕੇ ਜਿਹੜੀ ਉਹ ਦਾਤਨ ਕਰੀਏ, ਤਾਂ ਕਿ ਜਿਹੜਾ ਸਾਡਾ ਮੂੰਹ ਦਾ ਸਾਰਾ ਸਿਸਟਮ ਹੈ ਉਹ ਇਸ ਤਰੀਕੇ ਦਾ ਬਣ ਜੇ ਕਿ ਉਹਨਾਂ ਦੇ ਵਿੱਚ ਸਾਈਨਸ ਦੇ ਵਿੱਚ ਕੋਈ ਨਾ ਤਾਂ ਉਹਦੇ ਵਿੱਚ ਲਿਕੁਇਡ ਫਸੇ ਤੇ ਨਾ ਹੀ ਜਿਹੜਾ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੈਕਟੀਰੀਆ ਹੋਵੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਸਾਰਿਆਂ ਨੂੰ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।